ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਜਿੱਦਾਂ ਕਿ ਬੱਚੇ ਤੁਹਾਨੂੰ ਪਤਾ ਕਿ ਅਸੀਂ +1 ਕਲਾਸ ਫਿਜ਼ਿਕਸ ਦੀ ਐਕੂਰੇਟ ਦੇ ਵਿੱਚੋਂ ਜਿਹੜੀ ਆ ਰਿਵੀਜ਼ਨ ਸਟਾਰਟ ਕੀਤੀ ਹੋਈ ਆ। ਪੇਪਰ ਕਾਫੀ ਨਜ਼ਦੀਕ ਆ, ਸੋ ਅਸੀਂ MCQs ਦੀ ਬੱਚੇ ਜੋ ਪ੍ਰੈਕਟਿਸ ਆ ਰਿਵੀਜ਼ਨ ਆ ਉਹ ਸਟਾਰਟ ਕੀਤੀ ਹੋਈ ਆ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਸੈਕੰਡ ਯੂਨਿਟ ਸਟਾਰਟ ਕਰਨ ਲੱਗੇ ਆ, ਕਾਇਨੈਮੈਟਿਕਸ। ਸੋ ਬੱਚੇ ਤੁਹਾਨੂੰ ਪਤਾ ਕਿ ਫਿਜ਼ਿਕਸ ਦੇ ਵਿੱਚ 3 ਤਰੀਕੇ ਨਾਲ ਜਿਹੜੇ ਆ ਤੁਹਾਡੇ MCQs ਆਉਣਗੇ, ਐਪਲੀਕੇਸ਼ਨ ਬੇਸਡ, ਨੌਲੇਜ ਬੇਸਡ ਤੇ ਅੰਡਰਸਟੈਂਡਿੰਗ ਬੇਸਡ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਸਿਰਫ ਔਰ ਸਿਰਫ ਨੌਲੇਜ ਬੇਸਡ ਜਿਹੜੇ ਆ MCQs ਡਿਸਕਸ ਕਰਨ ਜਾ ਰਹੇ ਹਾਂ। ਸੋ ਫਸਟ ਨੰਬਰ ਤੇ ਬੱਚੇ ਆਪਾਂ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ। ਇਟ ਇਜ਼ ਅ ਬ੍ਰਾਂਚ ਆਫ ਫਿਜ਼ਿਕਸ ਵਿਦ ਡੀਲਸ ਵਿਦ ਅ ਡਿਸਕ੍ਰਿਪਸ਼ਨ ਆਫ ਮੋਸ਼ਨ ਆਫ ਬੋਡੀ। ਕਿਸੇ ਵੀ ਬੋਡੀ ਦੀ ਮੋਸ਼ਨ ਦੀ ਡਿਸਕ੍ਰਿਪਸ਼ਨ ਆ ਜਿਹੜੀ ਇਸ ਪੂਰੇ ਚੈਪਟਰ ਦੇ ਵਿੱਚ ਅਸੀਂ ਪੜਾਂਗੇ। ਸਾਨੂੰ ਪਤਾ ਬੱਚੇ ਬੇਸਿਕਲੀ 2 ਤਰ੍ਹਾਂ ਦੀਆਂ ਜਿਹੜੀਆਂ ਆ ਮੋਸ਼ਨਸ ਹੁੰਦੇ ਆ, ਇੱਕ ਹੁੰਦੇ ਆ ਡਾਇਨਾਮਿਕ, ਇੱਕ ਹੁੰਦੇ ਆ ਕਾਇਨੈਮੈਟਿਕਸ। ਸੋ ਇਸ ਜਿਹੜੇ ਲੈਕਚਰ ਦੇ ਵਿੱਚ ਇਸ ਚੈਪਟਰ ਦੇ ਵਿੱਚ ਅਸੀਂ ਕਾਇਨੈਮੈਟਿਕਸ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਆ। ਸੋ ਇੰਪੋਰਟੈਂਟ ਫਾਰਮੂਲੇਜ਼ ਆ। ਸੋ ਇੰਪੋਰਟੈਂਟ ਫਾਰਮੂਲੇਜ਼ ਦੇ ਵਿੱਚ ਬੱਚੇ ਕੀ ਆ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਕਿ ਇਕੁਏਸ਼ਨ ਆਫ ਮੋਸ਼ਨ ਦੇ ਮੋਸਟ ਇੰਪੋਰਟੈਂਟ ਫਾਰਮੂਲੇ ਆ। ਫਸਟ ਨੰਬਰ ਤੇ ਆ v = u + at। ਸੈਕੰਡ ਜਿਹੜਾ ਫਾਰਮੂਲਾ ਆ v² - u² = 2as। ਔਰ ਥਰਡ ਫਾਰਮੂਲਾ ਕੀ ਆ s = ut + ½ at²। ਦੀਜ਼ ਆਰ ਦਾ ਮੋਸਟ ਇੰਪੋਰਟੈਂਟ ਕੁਐਸਚਨ। ਇਹਦੇ ਨਾਲ ਰਿਲੇਟਡ ਤੁਹਾਨੂੰ ਇੱਕ ਅੱਧਾ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਮਿਲ ਜਾਏਗਾ, ਕਿਉਂਕਿ 10 ਕੁਐਸਚਨਸ ਆਉਣਗੇ ਬੱਚੇ ਇਸ ਚੈਪਟਰ ਦੇ ਵਿੱਚੋਂ ਤੁਹਾਡੇ ਪੇਪਰ ਦੇ ਵਿੱਚ। ਸੋ ਇਸ ਫਾਰਮੂਲੇ ਦੇ ਨਾਲ ਰਿਲੇਟਡ ਤੁਹਾਨੂੰ ਇੱਕ ਕੁਐਸਚਨ 100% ਸ਼ਿਓਰ ਮਿਲ ਜਾਏਗਾ। ਫੋਰਥ ਜਿਹੜਾ ਕੁਐਸਚਨ ਆ, ਫੋਰਥ ਫਾਰਮੂਲਾ ਆ, ਇਹ ਵੀ ਬੱਚੇ ਸੈਕੰਡ ਤੋਂ ਹੀ ਡਰਾਈਵ ਹੋਇਆ। ਸੋ SN = u + ½ a/2 2n - 1। ਨੈਕਸਟ ਆਪਾਂ ਜੇ ਡਾਟ ਪ੍ਰੋਡਕਟ ਐਂਡ ਕ੍ਰਾਸ ਪ੍ਰੋਡਕਟ। ਕ੍ਰਾਸ ਔਰ ਡਾਟ ਦੇ ਵਿੱਚ ਯਾਦ ਰੱਖਣਾ, ਅਗਰ ਡਾਟ ਪ੍ਰੋਡਕਟ ਆ, ਜਿੱਦਾਂ ਹੀ ਅਸੀਂ ਡਾਟ ਨੂੰ ਹਟਾਵਾਂਗੇ ਤਾਂ ਆ ਜਾਏਗਾ AB cos θ। ਜਨਰਲੀ ਬੱਚਿਆਂ ਦਾ ਕੁਐਸਚਨ ਹੁੰਦਾ ਕਿ ਮੈਮ ਅਸੀਂ ਤਾਂ ਡਾਟ ਪ੍ਰੋਡਕਟ ਹਟਾਇਆ ਤਾਂ ਵੈਕਟਰਸ ਕਿੱਥੇ ਗਏ? ਸੋ ਅਸੀਂ ਵੈਕਟਰ ਨਾਲ ਲਗਾਵਾਂਗੇ? ਬਿਲਕੁਲ ਨਹੀਂ, ਵੈਕਟਰ ਨਾਲ ਨਹੀਂ ਲਗਾਣੇ। ਜੇ ਤੁਸੀਂ ਵੈਕਟਰਸ ਨਾਲ ਲਗਾ ਦਿੱਤੇ ਇਹਦਾ ਮਤਲਬ ਅਸੀਂ cos θ ਨਹੀਂ ਲਗਾ ਸਕਦੇ। ਜਦੋਂ ਬੱਚੇ ਅਸੀਂ ਡਾਟ ਪ੍ਰੋਡਕਟ ਹਟਾਤਾ, ਇਟ ਮੀਨਸ ਕਿ ਨਾਲ ਦੀ ਨਾਲ ਵੈਕਟਰਸ ਵੀ ਹਟ ਜਾਣਗੇ। ਕਲੀਅਰ ਹੋ ਗਿਆ? ਸੋ ਆ ਗਿਆ AB cos θ। ਅਗਰ ਹੁਣ ਇਹਦੇ ਅੰਦਰ ਕ੍ਰਾਸ ਪ੍ਰੋਡਕਟ ਹੋਵੇ, ਜਦੋਂ ਵੀ ਪ੍ਰੋਡਕਟ ਲਗਾਣੇ ਆ ਬੱਚੇ, ਚਾਹੇ ਡਾਟ ਹੋਵੇ ਚਾਹੇ ਕ੍ਰਾਸ ਹੋਵੇ, ਫਿਰ ਨਾਲ ਤੁਸੀਂ ਵੈਕਟਰਸ ਲਗਾਣੇ ਆ, ਦੈਨ ਆ ਜਾਏਗਾ AB sin θ। ਕਲੀਅਰ ਹੋ ਗਿਆ ਜੀ? ਸੋ ਨੈਕਸਟ ਫਾਰਮੂਲਾ ਕੁਐਸਚਨ ਨੰਬਰ 5 ਔਰ 6 ਜਿਹੜਾ ਪੁਆਇੰਟ ਆ ਉਹ ਤੁਹਾਨੂੰ ਕਲੀਅਰ ਹੋ ਗਿਆ। ਅੱਛਾ, ਇੱਥੇ ਲਿਖਿਆ ਹੋਇਆ ਬੱਚੇ C ਕੈਪ ਤੁਸੀਂ ਪੜ੍ਹਿਆ ਹੋਣਾ N ਕੈਪ। N ਕੈਪ ਦਾ ਕੀ ਮਤਲਬ ਆ ਕਿ ਇਹ ਡਾਇਰੈਕਸ਼ਨ ਵੀ ਮੈਂਸ਼ਨ ਕਰ ਰਿਹਾ। ਇਹਦਾ ਮਤਲਬ ਆ ਕੀ ਆ ਤੁਹਾਡੀ ਸਕੇਲਰ ਤੇ ਆ ਕੀ ਆ ਤੁਹਾਡੀ ਵੈਕਟਰ। ਇਹ 'ਚ ਮੈਗਨੀਟਿਊਡ ਵੀ ਆ ਤੇ ਡਾਇਰੈਕਸ਼ਨ ਵੀ ਆ। ਨੈਕਸਟ ਆ ਬੱਚੇ ਓਮੇਗਾ ਦੀ ਵੈਲਿਊ ਕਿੰਨੀ ਹੁੰਦੀ ਆ? 2π/t। ਵੈਲੋਸਿਟੀ ਜਿਹੜੀ ਐਂਗੂਲਰ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਆ? r ਓਮੇਗਾ ਦੇ ਇਕੁਅਲ। ਨੈਕਸਟ ਆ A = r∠α, ਦੈਨ ਐਕਸਲਰੇਸ਼ਨ = v²/r। ਸੋ ਇਹ ਇੰਪੋਰਟੈਂਟ ਫਾਰਮੂਲੇਜ਼ ਆ, ਚੰਗੀ ਤਰੀਕੇ ਨਾਲ ਲਰਨ ਕਰ ਲੈਣਾ ਬੱਚੇ। ਸੋ ਆਪਾਂ ਸਟਾਰਟ ਕਰਦੇ ਹਾਂ ਫਸਟ MCQs। ਫਸਟ MCQs ਆ ਜਿਹੜਾ ਕਿ ਨੌਲੇਜ ਬੇਸਡ ਆ। ਨੰਬਰ 1 ਇਜ਼ ਇਫ ਦ ਡਿਸਟੈਂਸ ਕਵਰਡ ਇਜ਼ 0 ਦੈਨ ਡਿਸਪਲੇਸਮੈਂਟ। ਤਾਂ ਡਿਸਪਲੇਸਮੈਂਟ ਕੀ ਹੋਏਗਾ? ਪਹਿਲੀ ਗੱਲ ਬੱਚੇ ਤੁਹਾਨੂੰ ਡਿਸਟੈਂਸ ਔਰ ਡਿਸਪਲੇਸਮੈਂਟ ਦੋਨਾਂ ਦੇ ਵਿਚਕਾਰਲਾ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਡਿਫਰੈਂਸ ਕੀ ਆ। ਹੁਣ ਮੰਨ ਲਓ ਤੁਸੀਂ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਗਏ। A ਪੁਆਇੰਟ ਕੀ ਸੀ? ਤੁਹਾਡਾ ਘਰ। ਤੇ B ਪੁਆਇੰਟ ਕੀ ਆ? ਤੁਹਾਡਾ ਸਕੂਲ। ਜਦੋਂ ਤੁਸੀਂ A ਤੋਂ ਲੈ ਕੇ B ਤੱਕ ਗਏ ਤਾਂ ਤੁਸੀਂ 5 ਕਿਲੋਮੀਟਰ ਕਵਰ ਕੀਤਾ। ਤਾਂ ਪੁੱਛਿਆ ਗਿਆ ਕਿੰਨਾ ਡਿਸਟੈਂਸ ਕਵਰ ਕੀਤਾ? 5 ਕਿਲੋਮੀਟਰ। ਕਲੀਅਰ ਹੋ ਗਿਆ ਜੀ? ਹੁਣ ਪੁੱਛਿਆ ਗਿਆ ਤੁਸੀਂ ਡਿਸਪਲੇਸਮੈਂਟ ਕਿੰਨਾ ਕੀਤਾ? ਤਾਂ ਡਿਸਪਲੇਸਮੈਂਟ ਵੀ ਹੱਲੇ 5 ਆ। ਹੁਣ ਛੁੱਟੀ ਹੋ ਗਈ, ਤੁਸੀਂ ਆਪਣੇ ਘਰ ਸਕੂਲ ਤੋਂ ਵਾਪਸ ਘਰ ਆ ਗਏ। ਹੁਣ ਡਿਸਟੈਂਸ ਕਿੰਨਾ ਕਵਰ ਕੀਤਾ? ਡਿਸਟੈਂਸ ਕਿੰਨਾ ਸੀ? ਪਹਿਲਾਂ ਤੁਸੀਂ ਘਰ ਤੋਂ ਲੈ ਕੇ ਸਕੂਲ ਗਏ ਤਾਂ ਆ ਗਿਆ ਡਿਸਟੈਂਸ 5। ਹੁਣ ਸਕੂਲ ਤੋਂ ਲੈ ਕੇ ਘਰ ਵਾਪਸ ਗਏ ਤਾਂ ਅਗੇਨ 5 ਕਿਲੋਮੀਟਰ। ਤਾਂ ਟੋਟਲ ਕਿਲੋਮੀਟਰਸ ਕਿੰਨੇ ਹੋ ਗਏ? 10 ਕਿਲੋਮੀਟਰ। ਦਿਸ ਇਜ਼ ਅ ਡਿਸਟੈਂਸ। ਹੁਣ ਡਿਸਪਲੇਸਮੈਂਟ ਧਿਆਨ ਨਾਲ ਸਮਝਣਾ। ਹੁਣ ਡਿਸਪਲੇਸਮੈਂਟ ਕੀ ਆ? ਡਿਸਪਲੇਸਮੈਂਟ 0 ਪੋਜ਼ੀਟਿਵ ਨੈਗੇਟਿਵ ਹੋ ਸਕਦਾ। ਇਹਦਾ ਮਤਲਬ A ਤੋਂ ਲੈ ਕੇ B ਤੱਕ ਗਏ ਤਾਂ ਕਿੰਨਾ ਡਿਸਟੈਂਸ ਕਵਰ ਕੀਤਾ? 5। ਹੁਣ B ਤੋਂ ਲੈ ਕੇ A ਤੱਕ ਗਏ ਜਿਹੜੀ ਕਿ ਉਲਟ ਡਾਇਰੈਕਸ਼ਨ ਦੇ ਵਿੱਚ ਆ, ਦੈਟ ਇਜ਼ -5। ਸੋ ਮਾਈਨਸ ਦੇ ਨਾਲ ਮਾਈਨਸ ਕੱਟਿਆ ਗਿਆ। ਡਿਸਪਲੇਸਮੈਂਟ ਕਿੰਨੀ ਹੋ ਗਈ ਤੁਹਾਡੀ? 0, ਜਦ ਕਿ ਡਿਸਟੈਂਸ ਕਿੰਨਾ ਹੋਇਆ? ਟੋਟਲ 10। ਡਿਸਪਲੇਸਮੈਂਟ ਔਰ ਡਿਸਟੈਂਸ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ।
ਹੁਣ ਧਿਆਨ ਨਾਲ ਕੁਐਸਚਨ ਦੁਬਾਰਾ ਪੜ੍ਹ ਲਓ। ਇਫ ਦ ਡਿਸਟੈਂਸ ਕਵਰਡ ਇਜ਼ 0, ਅਗਰ ਡਿਸਟੈਂਸ 0 ਆ ਤਾਂ ਡਿਸਪਲੇਸਮੈਂਟ ਵੀ ਕੀ ਹੋਏਗਾ। ਹੁਣ ਤੁਸੀਂ A ਆਪਣੇ ਘਰ ਬੈਠੇ ਆ, B ਤੱਕ ਤੁਸੀਂ ਗਏ ਨਹੀਂ, ਉਹ ਕਹਿੰਦੇ ਡਿਸਟੈਂਸ ਕਿੰਨੀ ਆ 0, ਤਾਂ ਡਿਸਪਲੇਸਮੈਂਟ ਵੀ ਕਿੰਨੀ ਹੋਏਗੀ 0, ਕਿਉਂਕਿ ਤੁਸੀਂ ਕੋਈ ਡਿਸਟੈਂਸ ਕਵਰ ਹੀ ਨਹੀਂ ਕੀਤਾ। ਜੇ ਡਿਸਟੈਂਸ ਕਵਰ ਨਹੀਂ ਕੀਤਾ ਤਾਂ ਡਿਸਪਲੇਸਮੈਂਟ ਕਦੇ ਹੋ ਹੀ ਨਹੀਂ ਸਕਦੀ। ਬੱਚੇ ਗੱਲ ਕਲੀਅਰ ਹੋ ਗਈ। ਸੋ ਤੁਹਾਡਾ ਆਨਸਰ ਕਿੰਨਾ ਆ ਜਾਏਗਾ, ਮਸਟ ਬੀ 0। ਇਹ ਆਪਸ਼ਨ ਕੀ ਆ, ਕੈਨੋਟ ਬੀ 0, ਠੀਕ ਆ, ਹੋ ਨਹੀਂ ਸਕਦਾ। ਮਸਟ ਬੀ 0 ਮਤਲਬ ਪੱਕਾ 100% ਗੱਲ ਆ ਕਿ 0 ਹੀ ਹੋਏਗਾ। ਮਸਟ ਦਾ ਮਤਲਬ ਪੱਕੀ ਗੱਲ ਆ, ਇਹਦਾ ਮਤਲਬ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਅ ਵਨ ਡਿਮੈਂਸ਼ਨਲ ਮੋਸ਼ਨ। ਇਹਨਾਂ ਦੇ ਵਿੱਚੋਂ ਕੋਈ ਇੱਕ ਇਹ ਦੱਸੋ ਜਿਹਦੇ ਵਿੱਚ ਵਨ ਡਿਮੈਂਸ਼ਨਲ ਮੋਸ਼ਨ ਹੋਵੇ। ਹੁਣ ਬੱਚੇ ਇਹਨੂੰ ਸਮਝਣ ਦੇ ਲਈ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ। 1 ਡਿਮੈਂਸ਼ਨ, 2 ਡਿਮੈਂਸ਼ਨ, 3 ਡਿਮੈਂਸ਼ਨ ਹੁੰਦੀ ਕੀ ਚੀਜ਼ ਆ। ਹੁਣ ਤੁਸੀਂ ਆਪਣੇ ਘਰ ਦੇ ਕਾਰਨਰ ਦੇਖਿਆ, ਛੱਤ ਵੱਲ ਦੇਖੋ, ਤੁਹਾਨੂੰ ਉੱਥੇ 3 ਕਾਰਨਰਸ ਦਿਖ ਰਿਹਾ। ਇੱਕ ਕਾਰਨਰ ਇੱਧਰ ਜਾ ਰਿਹਾ, ਇੱਕ ਇੱਧਰ ਜਾ ਰਿਹਾ, ਤੇ ਇੱਕ ਕੰਧ ਇੱਦਾਂ ਆ ਰਹੀ ਆ। ਦਿਖ ਰਿਹਾ ਕਾਰਨਰ, ਆਹ ਐਕਸ ਐਕਸਿਸ ਆ, ਵਾਈ ਐਕਸਿਸ ਆ, ਤੇ ਆਹ ਜ਼ੈਡ ਐਕਸਿਸ ਆ, 3 ਐਕਸਿਸ ਆ। ਠੀਕ ਹੈ ਜੀ। ਹੁਣ ਮੰਨ ਲਓ ਤੁਹਾਡੇ ਘਰ ਦੇ ਵਿੱਚ ਕੀੜੀ ਘੁੰਮਦੀ ਫਿਰਦੀ ਆ। ਅਗਰ ਕੀੜੀ ਘੁੰਮ ਰਹੀ ਆ ਔਰ ਮੰਨ ਲਓ ਇਸ ਛੱਤ ਦੇ ਬਿਲਕੁਲ ਨਾਲ ਤੁਰੀ ਫਿਰਦੀ ਆ, ਅਗਰ ਇੰਨੀ ਕੁ ਏਰੀਏ ਦੇ ਵਿੱਚ ਆ ਤਾਂ ਕੀ ਆ ਇਹ 1 ਡਿਮੈਂਸ਼ਨਲ। ਤੈਨੂੰ ਕੀ ਬੋਲਾਂਗੇ 1D। ਹੁਣ ਇਹੀ ਕੀੜੀ ਤੁਹਾਡੀ ਕੰਧ ਦੇ ਇੱਥੇ ਘੁੰਮਣ ਲੱਗ ਗਈ, ਜਿੱਥੇ ਕਲੌਕ ਲੱਗੀ ਹੁੰਦੀ ਹੈ, ਜਿੱਥੇ ਫੋਟੋਜ਼ ਵਗੈਰਾ ਲੱਗੀਆਂ ਹੁੰਦੀਆਂ, ਉਹ ਵਾਲੀ ਕੰਧ 'ਤੇ ਘੁੰਮਣ ਲੱਗ ਗਈ। ਅਗਰ ਉਹ XY ਪਲੇਨ ਜਾਂ XZ ਪਲੇਨ ਜਿਹੜਾ ਆ ਕਵਰ ਕਰ ਰਹੀ ਹੈ, ਤਾਂ ਇਹਨੂੰ ਅਸੀਂ ਬੋਲ ਦਿੰਦੇ ਹਾਂ 2 ਡਿਮੈਂਸ਼ਨ। ਹੁਣ ਮੰਨ ਲਓ ਉਸ ਕੀੜੀ ਨੂੰ ਜਾਂ ਮੱਛਰ ਨੂੰ ਪਰ ਲੱਗ ਗਏ ਤਾਂ ਉੱਡਣ ਲੱਗ ਗਿਆ। ਇਹਦਾ ਮਤਲਬ ਉਹ ਸਪੇਸ ਵਿੱਚ ਘੁੰਮ ਰਿਹਾ, ਤਾਂ ਉਹ XYZ ਸਾਰੀਆਂ ਸਪੇਸ ਕਵਰ ਕਰ ਰਿਹਾ, ਤਾਂ ਉਹਨੂੰ ਅਸੀਂ ਬੋਲਦੇ ਹਾਂ 3 ਡਿਮੈਂਸ਼ਨਸ। ਕਨਸੈਪਟ ਕਲੀਅਰ ਹੋ ਗਿਆ। ਹੁਣ ਕੁਐਸਚਨ ਧਿਆਨ ਦੇ ਨਾਲ ਪੜ੍ਹੋ। ਕਹਿੰਦੇ ਨੰਬਰ 1, ਲੈਂਡਿੰਗ ਔਨ ਐਨ ਏਅਰਕ੍ਰਾਫਟ। ਇੱਕ ਏਅਰਕ੍ਰਾਫਟ ਆ, ਉਹ ਲੈਂਡ ਕਰ ਰਿਹਾ, ਤਾਂ ਇਹਦਾ ਮਤਲਬ ਹਵਾ ਦੇ ਵਿੱਚ ਉੱਡ ਰਿਹਾ। ਹਵਾ ਵਿੱਚ ਉੱਡ ਰਿਹਾ ਤਾਂ ਕੀ ਆ ਉਹ 3 ਡਿਮੈਂਸ਼ਨ। ਇਹਨਾਂ ਨੇ ਤਾਂ 1 ਡਿਮੈਂਸ਼ਨ ਪੁੱਛਿਆ, ਇਹਦਾ ਮਤਲਬ ਇਹ ਤਾਂ ਹੋ ਨਹੀਂ ਸਕਦਾ। ਸੈਕਿੰਡ ਕੀ ਆ, ਅਰਥ ਰਿਵੋਲਵਿੰਗ ਅਰਾਊਂਡ ਦਾ ਅਰਥ। ਆਹ ਕੀ ਆ, ਤੁਹਾਡਾ ਸਨ ਆ ਤੇ ਅਰਥ ਆ ਇੱਦਾਂ ਦਾ ਕਰਕੇ ਜਿਹੜਾ ਅਰਥ ਆ ਕੰਟੀਨਿਊਸਲੀ ਮੂਵ ਕਰ ਰਿਹਾ, ਤਾਂ ਮਤਲਬ ਐਕਸ ਐਕਸਿਸ ਔਰ ਵਾਈ ਐਕਸਿਸ ਦੇ ਵਿਚਕਾਰ ਘੁੰਮ ਰਿਹਾ। ਹੁਣ ਇਹਨੂੰ ਸਪੇਸ ਵਿੱਚ ਨਾ ਬੱਚੇ ਕਾਊਂਟ ਕਰਨਾ, ਕਿਉਂਕਿ ਸਾਡੀ ਧਰਤੀ ਜਿਹੜੀ ਇੱਦਾਂ ਹੀ ਘੁੰਮਦੀ ਆ, ਕਦੇ ਵੀ ਉੱਪਰ ਨੀਚੇ ਹੋ ਕੇ ਨਹੀਂ ਘੁੰਮਦੀ। ਕਲੀਅਰ ਹੋ ਗਈ ਇੰਨੀ ਗੱਲ। ਅਗਰ ਉਹ ਜ਼ਿਗਜ਼ੈਗ ਪਾਥ ਮੂਵ ਕਰੇਗੀ ਤਾਂ ਉਹ 3 ਡਿਮੈਂਸ਼ਨ ਹੋ ਸਕਦੀ ਆ, ਬਟ ਐਟ ਪ੍ਰੈਜ਼ੈਂਟ ਕੀ ਆ, ਉਹ ਸੇਮ ਉਹਦੇ ਵਿੱਚ ਹੀ ਔਰਬਿਟ ਦੇ ਵਿੱਚ ਘੁੰਮ ਰਹੀ ਆ। ਅਗਰ ਇੱਕ ਔਰਬਿਟ ਦੇ ਵਿੱਚ ਘੁੰਮ ਰਹੀ ਆ ਤਾਂ ਮਤਲਬ XY ਪਲੇਨ ਹੀ ਯੂਜ਼ ਕਰ ਰਹੀ ਹੈ, ਤਾਂ 2 ਡਿਮੈਂਸ਼ਨ ਹੋ ਗਿਆ। ਨੈਕਸਟ ਕੀ ਆ, ਮੋਸ਼ਨ ਆਫ ਅ ਵੀਲ ਔਨ ਮੂਵਿੰਗ ਟ੍ਰੇਨ। ਅਗਰ ਇੱਕ ਵੀਲ ਆ ਉਹ ਮੂਵਿੰਗ ਟ੍ਰੇਨ ਦੇ ਵਿੱਚ ਮੂਵ ਕਰ ਰਿਹਾ। ਅਗਰ ਹੁਣ ਇੱਕ ਵੀਲ ਆ, ਵੀਲ ਬੱਚੇ ਆ ਚੱਕਾ ਆ, ਉਹ ਇੱਦਾਂ ਕਰਕੇ ਮੂਵ ਕਰ ਰਿਹਾ। ਅਗੇਨ ਐਕਸ ਐਕਸਿਸ ਔਰ ਵਾਈ ਐਕਸਿਸ ਜਿਹੜਾ ਯੂਜ਼ ਕਰ ਰਿਹਾ, ਮਤਲਬ ਦਿਸ ਇਜ਼ ਆਲਸੋ 2 ਡਿਮੈਂਸ਼ਨ। ਨੈਕਸਟ ਆ ਜਾਓ, ਟ੍ਰੇਨ ਰਨਿੰਗ ਔਨ ਅ ਸਟ੍ਰੇਟ ਟਰੈਕ। ਇੱਕ ਟ੍ਰੇਨ ਆ ਜਿਹੜੀ ਬਿਲਕੁਲ ਸਿੱਧੀ ਟਰੈਕ 'ਤੇ ਭੱਜੀ ਜਾ ਰਹੀ ਹੈ, ਤਾਂ ਮਤਲਬ ਦਿਸ ਇਜ਼ ਅ 1 ਡਿਮੈਂਸ਼ਨ। ਸੋ ਆਨਸਰ ਤੁਹਾਡਾ ਕੀ ਆ ਜਾਏਗਾ, D 1 ਡਿਮੈਂਸ਼ਨ। ਨੈਕਸਟ ਆ ਜਾਓ ਜੀ, ਦ ਨੂਮੈਰੀਕਲ ਵੈਲਿਊ ਆਫ ਦ ਰੇਸ਼ੀਓ ਆਫ ਡਿਸਪਲੇਸਮੈਂਟ ਟੂ ਦ ਡਿਸਟੈਂਸ। ਅਗਰ ਅਸੀਂ ਰੇਸ਼ੋ ਨਿਕਾਲੀਏ ਡਿਸਪਲੇਸਮੈਂਟ ਓਵਰ ਡਿਸਟੈਂਸ ਦੀ, ਠੀਕ ਹੈ ਜੀ। ਡਿਸਪਲੇਸਮੈਂਟ ਓਵਰ ਡਿਸਟੈਂਸ, ਮੰਨ ਲਓ ਉੱਪਰ ਲਿਖ ਲਿਆ ਡਿਸਪਲੇਸਮੈਂਟ ਓਵਰ ਡਿਸਟੈਂਸ। ਸੋ ਪਹਿਲੇ ਕੁਐਸਚਨ ਵਾਲੀ ਐਗਜ਼ਾਮਪਲ ਲੈ ਲੈਂਦੇ ਹਾਂ। A ਤੋਂ ਲੈ ਕੇ B ਤੱਕ ਗਿਆ ਤਾਂ ਕਿੰਨਾ ਡਿਸਟੈਂਸ ਸੀ 5। ਅਗਰ ਡਿਸਪਲੇਸਮੈਂਟ ਦੇਖਿਆ ਦੈਟ ਇਜ਼ ਆਲਸੋ 5, ਅਸੀਂ ਲਿਖ ਦਿੱਤਾ 5/5, ਕੱਟ ਕੇ ਆ ਗਿਆ 1 ਆਨਸਰ। ਠੀਕ ਹੈ ਜੀ। ਹੁਣ ਦੂਸਰਾ ਕੇਸ ਲੈ ਲਓ, ਜਦੋਂ A ਤੋਂ ਲੈ ਕੇ B ਤੋਂ B ਤੋਂ ਲੈ ਕੇ A ਤੱਕ ਗਿਆ, ਟੋਟਲ ਡਿਸਟੈਂਸ ਕਿੰਨਾ ਲੱਗਿਆ 10। ਡਿਸਪਲੇਸਮੈਂਟ ਕਿੰਨਾ ਹੋਇਆ ਸੀ 0, ਤਾਂ ਆ ਗਿਆ 0/10। ਇਹਦਾ ਮਤਲਬ ਲੈਸ ਦੈਨ ਹੋ ਗਿਆ, 1 ਤੋਂ ਘੱਟ ਹੋ ਗਿਆ। 0.1 ਮਤਲਬ 1 ਤੋਂ ਘੱਟ ਹੋ ਗਿਆ। ਸੋ ਆਨਸਰ ਦੇਖ ਲਓ, ਆਲਵੇਜ਼ ਲੈਸ ਦੈਨ 1, ਆਲਵੇਜ਼ ਲੈਸ ਦੈਨ 1 ਨਹੀਂ ਹਾਂ, ਕਿਉਂਕਿ ਪਹਿਲਾ ਹੀ ਆਨਸਰ ਸਾਡਾ 1 ਸੀ। ਆਲਵੇਜ਼ ਇਕੁਅਲ ਟੂ 1, ਹਮੇਸ਼ਾ ਇਕੁਅਲ ਟੂ 1 ਨਹੀਂ ਆਏਗਾ। ਆਲਵੇਜ਼ ਮੋਰ ਦੈਨ 1, ਮੋਰ ਦੈਨ 1 ਵੀ ਨਹੀਂ ਆਏਗਾ, ਕਿਉਂਕਿ 0.1 ਆ ਰਿਹਾ ਸੀ। ਇਕੁਅਲ ਔਰ ਲੈਸ ਦੈਨ 1, ਜਾਂ ਤਾਂ 1 ਹੋ ਸਕਦਾ ਜਾਂ ਫਿਰ 1 ਤੋਂ ਘੱਟ ਹੋ ਸਕਦਾ। ਸੋ D ਆਪਸ਼ਨ ਜਿਹੜਾ ਆ ਰਾਈਟ ਆਨਸਰ ਆ। ਨੈਕਸਟ ਆ ਜਾਓ, ਦ ਏਰੀਆ ਅੰਡਰ ਵੈਲੋਸਿਟੀ ਟਾਈਮ ਗ੍ਰਾਫ ਫॉर ਅ ਪਾਰਟੀਕਲ ਇਨ ਅ ਗਿਵਨ ਇੰਟਰਵਲ ਆਫ ਟਾਈਮ। ਕਹਿੰਦੇ ਅਗਰ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਬਣਾਉਂਦੇ ਹਾਂ, ਉਹਦੇ ਅੰਦਰ ਜਿਹੜਾ ਏਰੀਆ ਕਵਰ ਹੁੰਦਾ, ਉਹ ਵਾਲਾ ਏਰੀਆ ਕੀ ਹੋਏਗਾ, ਦੈਟ ਇਜ਼ ਡਿਸਪਲੇਸਮੈਂਟ। ਕਿਉਂਕਿ ਵੈਲੋਸਿਟੀ ਕਿਹਦੇ ਕੋਲ ਹੁੰਦਾ, ਡਿਸਪਲੇਸਮੈਂਟ ਓਵਰ ਟਾਈਮ। ਅਗਰ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਬਣਾ ਰਹੇ ਹਾਂ ਤਾਂ ਕਿਹੜਾ ਏਰੀਆ ਕਵਰ ਕਰ ਰਿਹਾ, ਡਿਸਪਲੇਸਮੈਂਟ। ਸਿਮਿਲਰਲੀ 5th ਕੁਐਸਚਨ ਇਹਦੇ ਨਾਲ ਦਾ ਹੀ ਆ,
ਏਰੀਆ ਅੰਡਰ ਐਕਸਲਰੇਸ਼ਨ ਟਾਈਮ ਗ੍ਰਾਫ। ਸੋ ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦੀ ਆ, ਵੈਲੋਸਿਟੀ ਓਵਰ ਟਾਈਮ। ਅਗਰ ਅਸੀਂ ਐਕਸਲਰੇਸ਼ਨ ਔਰ ਟਾਈਮ ਦਾ ਗ੍ਰਾਫ ਬਣਾ ਰਹੇ ਹਾਂ ਤਾਂ ਕਿਹੜਾ ਏਰੀਆ ਕਵਰ ਕਰੇਗਾ, ਵੈਲੋਸਿਟੀ। ਬੱਚੇ ਆ ਚੀਜ਼ ਕਲੀਅਰ ਹੋ ਰਹੀ ਹੈ ਮੈਂ ਕੀ ਬੋਲ ਰਹੀ ਹਾਂ। ਐਕਸਲਰੇਸ਼ਨ ਟਾਈਮ ਗ੍ਰਾਫ ਹੈ, ਇੱਕ ਪਾਸੇ ਐਕਸਲਰੇਸ਼ਨ ਆ ਔਰ ਇੱਕ ਪਾਸੇ ਟਾਈਮ ਆ। ਸਾਨੂੰ ਪਤਾ ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦਾ, ਵੈਲੋਸਿਟੀ ਓਵਰ ਟਾਈਮ। ਅਗਰ ਅਸੀਂ ਆ ਦੋਨਾਂ ਚੀਜ਼ ਦਾ ਗ੍ਰਾਫ ਬਣਾ ਰਹੇ ਹਾਂ ਤਾਂ ਆਹ ਚੀਜ਼ ਦਾ ਜਿਹੜਾ ਏਰੀਆ ਉਹ ਇਸ ਪੂਰੇ ਗ੍ਰਾਫ ਦੇ ਅੰਦਰ ਕਵਰ ਹੋਏਗਾ। ਸੋ ਆ ਗਿਆ ਵੈਲੋਸਿਟੀ। ਨੈਕਸਟ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਫॉर ਅ ਆਬਜੈਕਟ ਇਨ ਇਕੁਇਲਿਬ੍ਰੀਅਮ ਇਜ਼ ਨॉट ਟਰੂ। ਕਿਹੜੀ ਚੀਜ਼ ਆ ਜਿਹੜੀ ਕਿ ਟਰੂ ਨਹੀਂ ਹੋ ਸਕਦੀ। ਨੰਬਰ 1, ਦ ਆਬਜੈਕਟ ਮਸਟ ਬੀ ਐਟ ਰੈਸਟ। ਜਦੋਂ ਇੱਕ ਆਬਜੈਕਟ ਆ ਉਹ ਰੈਸਟ ਤੇ ਹੋਵੇ। ਨੰਬਰ 2, ਦ ਆਬਜੈਕਟ ਕੈਨ ਬੀ ਐਟ ਰੈਸਟ, ਹੋ ਸਕਦਾ ਆ। ਦ ਆਬਜੈਕਟ ਇਜ਼ ਮੂਵਿੰਗ ਐਟ ਅ ਕੌਨਸਟੈਂਟ ਸਪੀਡ, ਜਦੋਂ ਕੌਨਸਟੈਂਟ ਸਪੀਡ ਵਿੱਚ ਹੋਵੇ ਉਦੋਂ ਇਕੁਇਲਿਬ੍ਰੀਅਮ 'ਚ ਹੋ ਸਕਦਾ ਆ। ਦ ਐਕਸਲਰੇਸ਼ਨ ਆਫ ਦ ਆਬਜੈਕਟ ਇਜ਼ ਜ਼ੀਰੋ, ਜਦੋਂ ਉਹਦੀ ਐਕਸਲਰੇਸ਼ਨ ਜ਼ੀਰੋ ਹੋਵੇ। ਜੇ ਐਕਸਲਰੇਸ਼ਨ ਜ਼ੀਰੋ ਆ ਇਹਦਾ ਮਤਲਬ ਵੈਲੋਸਿਟੀ ਕੌਨਸਟੈਂਟ ਹੋਏਗੀ। ਉਹਨਾਂ ਨੇ ਪੁੱਛਿਆ ਆ ਉਹ ਵਾਲੀ ਸਟੇਟਮੈਂਟ ਦੱਸੋ ਜਿਹਦੇ ਵਿੱਚ ਆਬਜੈਕਟ ਜਿਹੜਾ ਆ ਇਨ ਇਕੁਇਲਿਬ੍ਰੀਅਮ ਵਿੱਚ ਹੋਵੇ, ਇਜ਼ ਨॉट ਟਰੂ। ਉਹ ਵਾਲੀ ਟਰੂ ਨਹੀਂ ਆ। ਇਹਦਾ ਮਤਲਬ ਜਦੋਂ ਕੋਈ ਬਾਡੀ ਆ ਉਹ ਰੈਸਟ ਤੇ ਪਈ ਹੋਵੇ, ਮੰਨ ਲਓ ਤੁਸੀਂ ਸੌਂ ਹੀ ਗਏ, ਠੀਕ ਆ, ਅਗਰ ਤੁਸੀਂ ਸੌਂ ਗਏ ਤੁਹਾਡੀ ਬਾਡੀ ਰੈਸਟ ਤੇ ਆ ਗਈ ਤਾਂ ਇੱਦਾਂ ਦੀ ਕੇਸ ਦੇ ਵਿੱਚ ਇਕੁਇਲਿਬ੍ਰੀਅਮ ਵਾਲੀ ਜਿਹੜੀ ਸਟੇਟ ਆ ਉਹ ਐਕਟ ਨਹੀਂ ਕਰੇਗੀ। ਸੋ ਇਹ ਆਪਸ਼ਨ ਇਜ਼ ਦਾ ਰਾਈਟ ਆਂਸਰ। ਨੈਕਸਟ ਆ ਵਿਚ ਆਫ ਦਾ ਫੋਲੋਇੰਗ ਕੁਆਂਟਿਟੀ ਇਜ਼ ਅ ਵੈਕਟਰ ਕੁਆਂਟੀਟੀਜ਼। ਸੋ ਬੱਚੇ ਕੱਲ ਹੀ ਮੇਰੇ ਤੋਂ ਸਕੂਲ ਸਟੂਡੈਂਟਸ ਨੇ ਕੁਐਸਚਨ ਪੁੱਛਿਆ ਸੀ, ਮੈਮ ਸਾਨੂੰ ਕਿੱਦਾਂ ਪਤਾ ਲੱਗਦਾ ਆ ਕਿ ਇਹ ਸਕੇਲਰ ਕੁਆਂਟਿਟੀ ਆ, ਇਹ ਵੈਕਟਰ ਕੁਆਂਟਿਟੀ ਆ। ਸੋ ਮੈਂ ਉਹਨਾਂ ਨੂੰ ਇੱਕ ਪੰਜਾਬੀ ਦੇ ਵਿੱਚ ਇੱਕ ਸਿੰਪਲ ਐਗਜ਼ਾਮਪਲ ਦਿੱਤੀ ਕਿ ਜਿਹੜਾ ਸਕੇਲਰ ਕੁਆਂਟਿਟੀ ਇਹਦਾ ਮਤਲਬ ਸਿਰਫ ਮੈਗਨੀਟਿਊਡ ਹੋ ਸਕਦਾ, ਉਹਦੀ ਵੈਕਟਰ ਵਿੱਚ ਕੀ ਆ, ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨੋਂ ਆ। ਸੋ ਉਹਨੂੰ ਸਿੰਪਲ ਪੰਜਾਬੀ ਭਾਸ਼ਾ 'ਚ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਤੁਸੀਂ ਮਾਰਕੀਟ ਗਏ, ਹਲੇ ਫਿਜ਼ਿਕਸ ਨਾ ਸਮਝੋ, ਹਲੇ ਪੰਜਾਬੀ ਭਾਸ਼ਾ 'ਚ ਸਿੰਪਲ ਸਮਝੋ ਕਿ ਮੈਂ ਕੀ ਬੋਲ ਰਹੀ ਹਾਂ। ਉਹਨਾਂ ਨੇ ਕਿਹਾ ਤੁਸੀਂ ਮਾਰਕੀਟ ਗਏ ਉੱਥੇ ਜਾ ਕੇ ਕਿਹਾ ਕਿ 5 ਕਿਲੋ ਸਬਜ਼ੀ ਦੇ ਦਿਓ। 5 ਕਿਲੋ ਇਟ ਮੀਨਸ ਕਿ ਤੁਸੀਂ ਕੋਈ ਮੈਜਰਮੈਂਟ ਦੱਸ ਰਹੇ ਹੋ ਉਹਨਾਂ ਨੂੰ। ਅਗਰ ਮੈਜਰਮੈਂਟ ਦੱਸੀ ਆ ਤਾਂ ਇਟ ਮੀਨਸ ਇਟ ਹੈਜ਼ ਅ ਮੈਗਨੀਟਿਊਡ, ਇਹਦਾ ਮੈਗਨੀਟਿਊਡ ਆ। ਜੇ ਇਹਦਾ ਪੁੱਛਿਆ ਜਾਵੇ ਡਾਇਰੈਕਸ਼ਨ ਦੱਸੋ, ਕੀ ਤੁਹਾਡੀ ਸਬਜ਼ੀ ਉੱਤਰ ਦਿਸ਼ਾ ਨੂੰ ਗਈ, ਦੱਖਣ ਨੂੰ ਗਈ, ਈਸਟ ਗਈ, ਵੈਸਟ ਗਈ, ਅਸੀਂ ਕੋਈ ਡਾਇਰੈਕਸ਼ਨ ਮੈਂਸ਼ਨ ਨਹੀਂ ਕੀਤੀ, ਹੈ ਹੀ ਨਹੀਂ ਉਹਦੀ ਕੋਈ ਡਾਇਰੈਕਸ਼ਨ। ਸੋ ਕਿਲੋ ਮਤਲਬ ਭਾਰ ਆ, ਮਾਸ ਆ, ਮਾਸ ਮਤਲਬ ਉਹਦਾ ਭਾਰ ਆ, ਸਿਰਫ ਮੈਜਰਮੈਂਟ ਦੇ ਲਈ ਉਹਦਾ ਸਾਈਜ਼ ਆ, ਡਾਇਰੈਕਸ਼ਨ ਨਹੀਂ ਆ। ਇਹਦਾ ਮਤਲਬ ਮਾਸ ਤੁਹਾਡੀ ਕੀ ਹੋਗੀ, ਸਕੇਲਰ ਕੁਆਂਟਿਟੀ। ਸਿਮਿਲਰਲੀ ਮੈਂ ਤੁਹਾਨੂੰ ਕਿਹਾ ਕਿ ਟਾਈਮ ਦੱਸੋ ਕਿੰਨਾ ਹੋਇਆ ਟਾਈਮ, ਤਾਂ ਟਾਈਮ ਤੁਸੀਂ ਦੱਸਿਆ 1 ਵੱਜ ਗਏ, 2 ਵੱਜ ਗਏ, 3 ਵੱਜ ਗਏ। ਕਿੱਧਰ ਨੂੰ ਵੱਜੇ, ਨਾਰਥ ਪੋਲ, ਸਾਊਥ ਪੋਲ, ਕੀ ਡਾਇਰੈਕਸ਼ਨ ਨਹੀਂ ਆ ਟਾਈਮ ਦੀ। ਸੋ ਟਾਈਮ ਕੀ ਹੋ ਗਿਆ ਤੁਹਾਡਾ, ਸਕੇਲਰ ਕੁਆਂਟਿਟੀ। ਸਿਮਿਲਰਲੀ ਹੁਣ ਮੈਂ ਤੁਹਾਨੂੰ ਕਿਹਾ ਕਿ ਖੜੇ ਹੋ ਜਾਓ ਅਤੇ ਆਪਣੀ ਚੇਅਰ ਨੂੰ ਧੱਕਾ ਮਾਰੋ। ਅਗਰ ਤੁਸੀਂ ਆਪਣੀ ਚੇਅਰ, ਆਪਣੀ ਟੇਬਲ, ਆਪਣੀ ਬੈੱਡ ਨੂੰ ਕਿਸੇ ਨੂੰ ਵੀ ਧੱਕਾ ਲਗਾ ਰਹੇ ਆ, ਫੋਰਸ ਲਗਾ ਰਹੇ ਆ, ਕੋਈ ਪਰਟੀਕੂਲਰ ਡਾਇਰੈਕਸ਼ਨ ਤੁਹਾਨੂੰ ਦੱਸਣੀ ਪਏਗੀ ਕਿ ਕਿੱਧਰ ਨੂੰ ਫੋਰਸ ਲਗਾਉਣੀ ਆ, ਕਿੱਧਰ ਨੂੰ ਜਗ੍ਹਾ ਆ ਜਾਂ ਕਿੱਧਰ ਨੂੰ ਸਪੇਸ ਆ ਜਿੱਧਰ ਨੂੰ ਤੁਸੀਂ ਆਪਣੀ ਚੇਅਰ ਨੂੰ ਮੂਵ ਕਰ ਸਕਦੇ ਆ। ਜਾਂ ਤੁਸੀਂ ਰੂਮ ਦੇ ਅੰਦਰ ਬੈਠੇ ਆ, ਮੈਂ ਤੁਹਾਡੇ ਰੂਮ ਦੇ ਬਾਹਰ ਖੜੀ ਆ, ਮੈਂ ਤੁਹਾਨੂੰ ਕਹਾਂ ਕਿ ਚੇਅਰ ਲੈ ਕੇ ਆਓ, ਇੱਕ ਫੋਰਸ ਲਗਾਈ ਤੁਸੀਂ, ਪਰਟੀਕੂਲਰ ਡਾਇਰੈਕਸ਼ਨ ਆ ਕਿ ਰੂਮ ਤੋਂ ਲੈ ਕੇ ਅਸੀਂ ਬਾਹਰ ਤੱਕ ਜਾਣਾ ਆ, ਦੈਟ ਇਜ਼ ਦ ਡਾਇਰੈਕਸ਼ਨ। ਇਹਦਾ ਮਤਲਬ ਜਿਹਦੇ ਵਿੱਚ ਮੈਗਨੀਟਿਊਡ ਵੀ ਹੋਵੇ, ਡਾਇਰੈਕਸ਼ਨ ਵੀ ਹੋਵੇ, ਉਸ ਕੁਆਂਟਿਟੀ ਨੂੰ ਅਸੀਂ ਕੀ ਬੋਲ ਦਿੰਦੇ ਆ, ਵੈਕਟਰ ਕੁਆਂਟੀਟੀਜ਼। ਕਲੀਅਰ ਹੋ ਗਈ ਜੀ ਗੱਲ। ਚਲੋ ਹੁਣ ਆਪਾਂ ਆਪਸ਼ਨ ਪੜ੍ਹਦੇ ਹਾਂ। ਨੰਬਰ 1 ਇਜ਼ ਅ ਟੈਂਪਰੇਚਰ। ਟੈਂਪਰੇਚਰ ਮਤਲਬ ਤੁਸੀਂ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ, ਟੈਂਪਰੇਚਰ ਇਨਕਰੀਜ਼ ਕਰ ਦਿੱਤਾ। ਜਾਂ ਕੋਈ ਵੀ ਇਲੈਕਟ੍ਰੋਨ ਆ, ਪਲੇਟ ਆ ਸਾਡੇ ਕੋਲ, ਮੈਟੈਲਿਕ ਪਲੇਟ ਆ, ਉਹਨੂੰ ਟੈਂਪਰੇਚਰ ਦੇਣਾ ਸਟਾਰਟ ਕਰ ਦਿੱਤਾ। ਸੋ ਅਸੀਂ ਕਿਸੇ ਡਾਇਰੈਕਸ਼ਨ 'ਚ ਨਹੀਂ ਦੇ ਰਹੇ, ਅਸੀਂ ਸਿੰਪਲ ਮੈਗਨੀਟਿਊਡ ਇਨਕਰੀਜ਼ ਕਰ ਰਹੇ ਹਾਂ, ਤਾਂ ਸਾਈਜ਼ ਇਨਕਰੀਜ਼ ਕਰ ਰਹੇ ਹਾਂ। ਸੋ ਟੈਂਪਰੇਚਰ ਇਜ਼ ਅ ਸਕੇਲਰ ਕੁਆਂਟਿਟੀ। ਨੈਕਸਟ ਹੀਟ, ਕਲੀਅਰ ਹੋ ਗਿਆ, ਹੀਟ ਦੀ ਵੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਦਿਸ ਇਜ਼ ਆਲਸੋ ਸਕੇਲਰ। ਨੈਕਸਟ ਫੋਰਸ, ਫੋਰਸ ਦੀ ਤਾਂ ਆਪਾਂ ਹੁਣੇ ਬੈੱਡ ਵਾਲੀ ਐਗਜ਼ਾਮਪਲ ਦੇ ਕੇ ਹਟੀਆਂ, ਚੇਅਰ ਵਾਲੀ। ਸੋ ਦਿਸ ਇਜ਼ ਅ ਵੈਕਟਰ ਕੁਆਂਟਿਟੀ। ਨੈਕਸਟ ਆ ਵਰਕ ਡਨ। ਹੁਣ ਵਰਕ ਡਨ 'ਚ ਬੱਚਿਆਂ ਨੇ ਕਈਆਂ ਨੇ ਕਨਫਿਊਜ਼ ਹੋ ਜਾਣਾ ਕਿ ਮੈਮ ਵਰਕ ਡਨ ਦਾ ਮਤਲਬ ਹੁੰਦਾ ਆ ਫੋਰਸ ਇਨਟੂ ਡਿਸਪਲੇਸਮੈਂਟ। ਸੋ ਫੋਰਸ ਦਾ ਵੈਕਟਰ ਆ ਤਾਂ ਵਰਕ ਸਕੇਲਰ ਕਿੱਦਾਂ ਹੋ ਸਕਦੀ ਆ। ਅਸੀਂ ਕੀ ਦੇਖਣਾ ਆ ਕਿ ਵਰਕ, ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਰੋਟੀ ਬਣਾਉਣੀ ਆ, ਕੰਮ ਕਰਨ ਨੂੰ ਮੈਂ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਰੋਟੀ ਬਣਾਉਣੀ ਆ, ਜਾਂ ਫਿਰ ਤੁਹਾਨੂੰ ਕਹਿ ਦਿੱਤਾ ਕਿ ਆਪਣਾ ਲਗੇਜ ਜਿਹੜਾ ਚੱਕ ਕੇ ਖੜੇ ਹੋ ਜਾਓ, ਤੁਰਨ ਨੂੰ ਨਹੀਂ ਕਿਹਾ, ਖੜੇ ਹੋਣ ਨੂੰ ਕਿਹਾ। ਕਿੰਨਾ ਕੰਮ ਹੋਇਆ, ਕਿਸ ਡਾਇਰੈਕਸ਼ਨ 'ਚ ਹੋਇਆ, ਇੱਥੇ ਡਾਇਰੈਕਸ਼ਨ ਨਹੀਂ ਆ। ਅਗਰ ਤੁਸੀਂ ਆਪਣਾ ਲਗੇਜ ਲੈ ਕੇ ਖੜੇ ਵੀ ਆ, ਰੋਟੀ ਬਣਾਈ ਵੀ ਆ, ਇੱਥੇ ਕੋਈ ਵੀ ਤੁਹਾਡੀ ਡਾਇਰੈਕਸ਼ਨ ਨਹੀਂ ਆ, ਸਿਰਫ ਮੈਗਨੀਟਿਊਡ ਆ, ਕਿੰਨੀ ਰੋਟੀ ਬਣਾਈ ਜਾਂ ਕਿੰਨੇ ਟਾਈਮ ਦੇ ਲਈ ਤੁਸੀਂ ਜਿਹੜਾ ਆ ਲਗੇਜ ਆਪਣੇ ਸਿਰ ਦੇ ਉੱਪਰ ਲੈ ਕੇ ਖੜੇ ਰਹੇ। ਸੋ ਵਰਕ ਕੀ ਆ ਤੁਹਾਡਾ, ਵਰਕ ਡਨ ਕੀ ਆ, ਸਕੇਲਰ ਕੁਆਂਟਿਟੀ ਆ। ਕਲੀਅਰ ਹੋ ਗਿਆ। ਸੋ ਫੋਰਸ ਕੀ ਹੋਗੀ ਤੁਹਾਡੀ, ਵੈਕਟਰ ਕੁਆਂਟਿਟੀ। ਡਨ। ਸੋ ਨੈਕਸਟ ਕੁਐਸਚਨ ਦੇਖਦੇ ਹਾਂ ਰਾਜੇ। ਨੈਕਸਟ ਆ
एंगुलर मोमेंटम इज एंगुलर मोमेंटम की आ एक्सियल वैक्टर आ, सो सी ऑप्शन आ जाएगी। नैक्सट आ एंगुलर मोमेंटम इज अ वैक्टर सॉरी वैन वी मल्टीप्लाई फोर्स एंड टाइम, अगर फोर्स ते टाइम नू मल्टीप्लाई कर दईए दैट इज़ इंपल्स, इंपल्स नू आई या फिर जे दे नाल डिनोट किया जाता, सो आंसर आ जाएगा सी इंपल्स। नैक्सट आ पिक आउट ओनली वैक्टर क्वांटिटी, सो बच्चे खुद ट्राई करो इस क्वेश्चन नू, सो आई थिंक थानू आंसर इहदा मिल जाएगा, नहीं होएगा तो मैं दसूँगी। नैक्सट आ जाओ एट अपर मोस्ट पॉइंट ऑफ अ प्रोजैक्टाइल, अपर मोस्ट मतलब सब तो उपर वाला पॉइंट, आ वाला पॉइंट, ठीक है। इत्थे की आ इट्स वेलोसिटी एंड एक्सलरेशन एट एंड द एंगल, सो किन्ने एंगल ते ओहदी वेलोसिटी या एक्सलरेशन किद्दां दी होएगी। हुण ध्यान नाल देखो, वेलोसिटी किधर नूं आ, असीं तां ऑब्जेक्ट इधर नूं चक के मारिया, ठीक है। जदों भी असीं वेलोसिटी निकालनी आ हमेशा ਉਹਦੇ टेंजेंट ते ਕੱਢਣੀ ਹੁੰਦੀ ਆ। टेंजेंट ਦਾ ਮਤਲਬ ਸਮਝਦੇ ਆ, ਮੰਨ ਲਓ ਤੁਸੀਂ ਆਪਣੇ ਹੱਥ ਵਿੱਚ ਬੱਟੀ ਫੜੀ, ਬੱਟੀ ਘੁਮਾਉਣੀ ਸ਼ੁਰੂ ਕਰ ਦਿੱਤੀ, ਇੱਥੇ ਲਿਆ ਕੇ ਛੱਡ ਦਿੱਤੀ ਤਾਂ ਇੱਥੋਂ ਸਿੱਧੀ ਇੱਧਰ ਨੂੰ ਜਾ ਕੇ ਗਿਰੂਗੀ। ਇਹਦਾ ਮਤਲਬ ਜਦੋਂ ਵੀ ਅਸੀਂ ਵੈਲੋਸਿਟੀ ਕੱਢਣੀ ਉਹਦੇ टेंजेंट ਤੇ ਦੇਖਣੀ ਹੁੰਦੀ ਆ, ਪਾਰਟਿਕੂਲਰ ਇੱਕ ਪੁਆਇੰਟ ਦਾ ਸਰ ਵੈਲੋਸਿਟੀ ਸਾਡੀ ਇੱਧਰ ਨੂੰ ਆ। ਐਕਸਲਰੇਸ਼ਨ, ਐਕਸਲਰੇਸ਼ਨ ਮਤਲਬ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਤਾਂ ਹਰ ਇੱਕ ਚੀਜ਼ ਅਗਰ ਧਰਤੀ ਤੇ ਆ ਤਾਂ ਧਰਤੀ ਵੱਲ ਹੀ ਗਿਰੂਗੀ, ਤਾਂ ਐਕਸਲਰੇਸ਼ਨ ਕਿੱਧਰ ਆ, ਡਾਊਨਵਰਡ, ਸੋ ਐਂਗਲ ਬਿਟਵੀਨ ਬੋਥ ਦੀਜ਼ ਆਰ 90 डिग्री। डन। सो नैक्सट देखो अ पार्टिकल मूविंग इन अ प्लेन विद अ यूनीफॉर्म एक्सलरेशन, यूनीफॉर्म मतलब इक्को ही स्पीड के नाल जिहड़ा आ एक्सलरेशन के नाल कोई चीज़ चल रही है, हैविंग डायरैक्शन डिफरेंट फ्रॉम द इंस्टैंटेनियस वेलोसिटी, वट इज़ द नेचर ऑफ ट्रजैक्टरी, ट्रजैक्टरी का मतलब की हुंदा पाथ, ट्रजैक्टरी का मतलब की आ तो वह पाथ किद्दां दा। अगर कोई पैराबोलिक डायरैक्शन दे विच असी कोई चीज़ की गल करिए, ठीक है, तो मोस्टली की हुंदा आ ਉਹਦਾ मैगनीट्यूड ते डायरैक्शन जिहड़ी आ सेम हो जाती आ जदों ਉਹਦੀ एक्सलरेशन सॉरी मैगनीट्यूड एंड एक्सलरेशन, जदों ਉਹਦੀ एक्सलरेशन सेम हो जाए ਉਹਨੂੰ ਅਸੀਂ पैराबोलिक इक्वेशन ਦੇ ਨਾਲ काउंट करते हैं। अगर यूनीफॉर्म एक्सलरेशन आ ਇਹਦਾ मतलब कि एक्सलरेशन ਤੁਹਾਡੀ पूरे पाथ ਦੇ ਵਿੱਚ ਕੀ ਰਹੀ ਆ, कॉन्सटेंट, बट मूवमेंट ऑफ जिहड़ा मोमेंटम आ वो चेंज होंदा जाएगा, जिहदी वजह ना ये पैराबोलिक जिहड़ा पाथ आ वो कवर करेगा, सो आंसर आ जाएगा तुहाडा पैराबोलिक। नैक्सट क्वेश्चन देखते हैं, इन केस ऑफ अ एंगुलर प्रोजैक्टाइल मोशन, अगर असी किसी एंगुलर प्रोजैक्टाइल मोशन की गल करिए, वट इज़ द एंगल बिटवीन द वेलोसिटी एंड एक्सलरेशन एट द हाईएस्ट पॉइंट, बच्चे सेम आ क्वेश्चन नंबर 11 की तरह सेम आ वही क्वेश्चन आ, थोड़ी जी वर्डिंग बस चेंज आ। नैक्सट आ एन ऑब्जेक्ट इज गिवन एंगुलर प्रोजैक्शन इट्स एक्सलरेशन एट द हाईएस्ट पॉइंट, हाईएस्ट पॉइंट ते बच्चे उसकी एक्सलरेशन इदां दा आ, एक्सलरेशन किधर नूं आ, डाउनवर्ड, तो डायरैक्टेड डाउनवर्ड, तो डायग्राम याद रखनी आ, सब तो हाईएस्ट पॉइंट ते एक्सलरेशन किधर आ, धरती वाल नूं, नीचे वाल नूं। नैक्सट आ स्टोन इज जस्ट रिलीज्ड फ्रॉम द विंडो ऑफ अ ट्रेन मूविंग अलॉन्ग अ हॉरिजॉन्टल स्ट्रेट ट्रैक, द स्टोन विल हिट द ग्राउंड फॉलोइंग एज, हुण उन्होंने क्या आ कि अगर तुसी ट्रेन की एक खिड़की 'च बैठे आ खिड़की आ, तुसी इत्थों जिहड़ा सुट्टिया पत्थर सुट्टिया तो किद्दां दा पाथ कवर करेगा, सानू पता वो बिल्कुल सीधा जाके इदां तां नहीं गिरदा, ठीक है, सर्कुलर हो नहीं सकता, स्ट्रेट बिल्कुल स्ट्रेट हो नहीं सकता, जितना मर्जी बच्चे फोर्स ना सुट दो इत्थों इदां जाके इदां ही जाएगा, इहदा मतलब आ वाला पाथ किहड़ा पाथ आ, पैराबोलिक, सो आंसर आ गया पैराबोलिक। नैक्सट आ पार्टिकल कवर्स इक्वल डिस्टेंस अराउंड अ सर्कुलर path in equal interval of time, which of the following quantity connect with the motion of a particle remains constant, ਕਿਹੜੀ ਚੀਜ਼ ਆ ਜਿਹੜੀ constant ਹੋਏਗੀ। अगर ਤੁਸੀਂ ਇੱਕ ਸਰਕੂਲਰ ਪਾਥ ਦੇ ਵਿੱਚ मूव कर रहे ਆ ਤਾਂ ਇਕੁਅਲ ਡਿਸਟੈਂਸ ਕਵਰ ਕਰ ਰਹੇ ਆ ਤਾਂ ਉੱਥੇ ਜਾ ਕੇ ਜਿਹੜੀ ਆ ਕੀ ਆ डिस्टेंस ओवर टाइम, सो डिस्टेंस ओवर टाइम किहदे इक्वल हुंदा आ, स्पीड दे इक्वल, क्योंकि डिसप्लेसमेंट ओवर टाइम किहदे इक्वल आ, वेलोसिटी दे, आ हो नहीं सकता, डिसप्लेसमेंट हो नहीं सकता क्योंकि असी डिस्टेंस की गल की आ, एक्सलरेशन भी नहीं आएगा क्योंकि डिस्टेंस ओवर टाइम किहड़े इक्वल आ रहा आ, स्पीड दे इक्वल। नैक्सट देखो स्पीडोमीटर ऑफ कैन मैजर, स्पीडोमीटर असी किहड़ी चीज़ लई यूज़ करते हैं, इंस्टैंटेनियस वेलोसिटी लई, सो ये इंपॉर्टेंट आ बच्चे, 17th क्वेश्चन जिहड़ा इंपॉर्टेंट क्वेश्चन है। नैक्सट आ डिस्टेंस इज़ अ क्वांटिटी ऑफ स्केलर क्वांटिटी आ, स्पीड जिहड़ी आ रेट ऑफ चेंज ऑफ किहनूं मैजर करदी है, डिस्टेंस नूं, क्योंकि सानूं पता आ कि स्पीड किहदे इक्वल हुंदा आ, डिस्टेंस ओवर टाइम, सो रेट ऑफ चेंज ऑफ मतलब डिवाइडेड बाय टी, टाइम दे नाल, ठीक है, किहड़ी चीज़ आ रही है, डिस्टेंस। नैक्सट 20, 21, 22 ये बच्चे तुसीं खुद कर सकते हैं।
23rd क्वेश्चन देखो, बॉडी कवर्स अ डिस्टेंस 6 मीटर अलॉन्ग अ सैमी सर्कुलर पाथ। सैमी सर्कुलर पाथ, पहला आप सैमी सर्कुलर पाथ बना लें इस तरीके का, अद्ध चक्कर। उन्हें 6 मीटर जोड़ा डिस्टेंस आ कवर किया। द रेशो ऑफ द डिस्टेंस ऑफ टू डिसप्लेसमेंट। हुण डिस्टेंस ते डिसप्लेसमेंट दे विच असी रेशो पता करनी आ। उपर आना चाहिए डिस्टेंस, नीचे आना चाहिए डिसप्लेसमेंट। हुण ध्यान नाल समझना बच्चे, डिस्टेंस की चीज़ आ, इनिशियल वेलोसिटी, इनिशियल पॉइंट टू फाइनल पॉइंट जोड़ा एक्चुअल पाथ आ असी वो मैजर करना। ये मतलब आ चीज़ ठीक है। ये की है सैमी सर्कल। सैमी सर्कल का फॉर्मूला की हुंदा पाई आर। डिसप्लेसमेंट की हुंदा आ, शॉर्टेस्ट डिस्टेंस बिटवीन इनिशियल एंड फाइनल पॉइंट। इसका मतलब आ वाली चीज़। अगर इहदा रेडियस आर आ तो आ भी आर होएगा, इहदा रेडियस। सो टोटल कितना हो गया 2r डिवाइडेड बाई 2r। पाई ना पाई कट्टिया गया तो आर ना आर कट्टिया गया। पाई की वैल्यू असी पुट कर दी 22, ठीक है। सो 22/7 आ गया, 22/7 मल्टीप्लाई बाई 2, कटिंग करके आ गया 11 डिवाइडेड बाई 7। सो 11:9 आंसर। नैक्सट आ तो नुमैरिकल वैल्यू ऑफ, बच्चे आ भी सेम आ, पिछे असी क्वेश्चन ये कर चुके हैं। 24th जोड़ा खुद ट्राई करके देखना। 25th 26th बच्चे ये ईजी आ, ठीक है। ये जोड़े क्वेश्चन आ मैं ये एक्सप्लेनेशन पिछे वाले क्वेश्चन के बहुत डिटेल च दे चुकी हाँ। सो कुछ क्वेश्चन जोड़े खुद ट्राई करके देखना। जो तक बच्चे तुसी खुद प्रैक्टिस नहीं करते, भुल के भी ना सोचो कि थानू MCQs पेपर 'च बैठ के आंदे होणगे। आ वीडियो देखने तो बाद जिहड़ी भी तुहाडे कोल हैल्पिंग बुक होई, चाहे मॉडर्न है, दिनेश आ, चाहे कोई होर बुक भी आ, तो बच्चे वो MCQs ट्राई करके जरूर देखना। जिन्ना ज़्यादा तुहाडे कॉन्सैप्ट क्लीयर होणगे उन्ने ज़्यादा ही MCQs क्लीयरली समझ लगणगे। नैक्सट आ जाओ 28th क्वेश्चन देखते हैं। वैन अ पार्टिकल मूव्स विद अ वेरीएबल वेलोसिटी। वेरीएबल वेलोसिटी मतलब जिस तुहाडी वेलोसिटी चेंज हो रही है, कोई पार्टिकल आ जिहड़ा मूव कर रहा आ। वेरीएबल वेलोसिटी मतलब अलग अलग वेलोसिटी दे नाल। विच ऑफ द फॉलोइंग रिलेशन आर फॉल्स। केड़ा रिलेशन गलत होएगा। मैनू समझण दे लई बच्चे आह थियरी जी थोड़ी जी समझ लो। फॉर whole journey average speed may not be equal to the average speed as the velocity involving directed also। so average speed ਜਿਹੜੀ average velocity ਇਹਦੇ equal ਹੋਏਗੀ। so distance ਜਿਹੜੀ ਆ ਉਹ equal ਵੀ ਹੋ ਸਕਦੀ ਹੈ but greater ਵੀ ਹੋ ਸਕਦੀ ਹੈ। ਜਿੱਦਾਂ ਉਹ 10 ਸੀ ਤਾਂ displacement 0 ਹੋ ਗਈ ਸੀ। so ਇਹਦਾ ਮਤਲਬ first option ਤਾਂ correct ਨਹੀਂ ਹੋ ਸਕਦੀ। second ਆ average velocity may not equal to average speed। सिमिलरली बच्चे एवरेज स्पीड एवरेज वेलोसिटी के इक्वल नहीं हो सकती। बट अगर असी इंस्टैंटेनियस वेलोसिटी देख ली जाए, जी इंस्टैंटेनियस वेलोसिटी आ वो इंस्टैंटेनियस स्पीड के इक्वल जी हो सकती आ, वो दोनों बराबर हो सकती आ। इसका मतलब पहली तो दूसरी जी आ वो गलत स्टेटमेंट सी आ, तो जी बी जो लास्ट वाला आ ऑप्शन जी करैक्ट आ वो बिल्कुल थोड़ी ऑप्शन करैक्ट आ। सो आप देखते हैं साडा आंसर की आ। सो ਉਹਦੇ ਅਕॉर्डिंगली देख लो बच्चे, पहली तो दूसरी जी आ साडी फॉल्स आ, पहली तो दूसरी फॉल्स आ। ਇਹਦੇ ਵਿੱਚ ਕੀ ਆ पहली तो दूसरी। सो बी ऑप्शन इज़ द राइट आंसर। डन। सो ਇਹਦੇ ਨਾਲ ਦਾ सेम क्वेश्चन बच्चे 29 आ, खुद ट्राई करके देखना, नहीं होएगा तो पूछ लेना। बच्चे तो क्वेश्चन ही सेम आ। सो फिलहाल क्वेश्चन ही सेम आ। ये विच ऑफ द फॉलोइंग इज़ करैक्ट। हुण इन्होंने करैक्ट पूछया होया। सो करैक्ट ध्यान नाल देख लेना कि किहड़े जिहड़े आ वो करैक्ट स्टेटमेंट हो सकती आ। बच्चे इत्थे ऑप्शनस जिहड़ियां आ उन्होंने आंसर दिता होया आ कि फर्स्ट सैकेंड थर्ड जिहड़ी आ सारी दी सारी करैक्ट आ, सारी नहीं करैक्ट आ। फॉल्स स्टेटमेंट आ भी फॉल्स स्टेटमेंट आ करैक्ट आ। सो किते भी ऑप्शन नहीं है, मतलब इत्थे एरर आ, इस बुक के क्वेश्चन दे विच एरर आ। सो सिर्फ सी ऑप्शन आ जिहड़ी करैक्ट आंसर आ। 30th क्वेश्चन आ, when a tennis ball falls on a ground and a bounce back, then which of the following will change the direction in the process। ਕਿਹੜੀ ਚੀਜ਼ ਆ, ਮੰਨ ਲਓ ਹੁਣ ਤੁਹਾਡੇ ਹੱਥ ਵਿੱਚ ਇੱਕ ਟੈਨਿਸ ਦੀ ਬੋਲ ਫੜਾ ਦਿੱਤੀ ਗਈ, ਜਦੋਂ ਤੁਸੀਂ ਉਹਨੂੰ ਧਰਤੀ ਤੇ ਜ਼ੋਰ ਨਾਲ ਮਾਰਿਆ ਮਤਲਬ ਬਾਉਂਸ ਕੀਤਾ, ਕਹਿੰਦੇ ਵਿਚ ਆਫ ਦਾ ਫੋਲੋਇੰਗ ਵਿਲ ਚੇਂਜ देयर डायरेक्शन। ਉਹਦੀ ਜਿਹੜੀ ਡਾਇਰੈਕਸ਼ਨ ਆ ਉਹ ਕਿਹੜੀ ਚੀਜ਼ ਚੇਂਜ ਕਰੂਗੀ। ਵੈਲੋਸਿਟੀ ਓਨਲੀ, ਵੈਲੋਸਿਟੀ ਕਰਕੇ ਡਿਸਪਲੇਸਮੈਂਟ ਐਂਡ ਵੈਲੋਸਿਟੀ, ਐਕਸਲਰੇਸ਼ਨ ਐਂਡ ਵੈਲੋਸਿਟੀ, ਐਕਸਲਰੇਸ਼ਨ ਡਿਸਪਲੇਸਮੈਂਟ ਐਂਡ ਵੈਲੋਸਿਟੀ। ਸੋ ਬੱਚੇ ਦੀ ਡਾਇਰੈਕਸ਼ਨ ਜਿਹੜੀ ਆ ਉਹ ਕਿੰਨੇ ਚੇਂਜ ਕੀਤੀ। ਮੰਨ ਲਓ ਇੱਥੋਂ ਤੁਸੀਂ ਬॉल ਨੀਚੇ ਸੁੱਟੀ, ਬਾਉਂਸ ਹੋ ਕੇ ਉੱਪਰ ਨੂੰ ਗਈ, ਉੱਪਰ ਗਈ ਕਿਉਂਕਿ ਉਹਦੇ ਵਿੱਚ ਵੈਲੋਸਿਟੀ ਆ, ਠੀਕ ਹੈ। ਇੱਕ ਤਾਂ ਵੈਲੋਸਿਟੀ ਆ, ਦੂਸਰਾ ਕੀ ਆ ਉਹਨੇ ਡਿਸਪਲੇਸਮੈਂਟ ਕਰਨਾ ਸੀ, ਇਨੀਸ਼ੀਅਲ ਟੂ ਫਾਈਨਲ ਪੁਆਇੰਟ ਤੱਕ ਉਹਨੇ ਜਾਣਾ ਸੀ
ਤਾਂ ਉਹਨੇ ਕਿਹੜਾ ਕਵਰ ਕੀਤਾ, ਡਿਸਪਲੇਸਮੈਂਟ। ਸੋ ਆਪਸ਼ਨ ਨੰਬਰ ਬੀ ਜਿਹੜੀ ਆ ਉਹ ਰਾਈਟ ਆਨਸਰ ਹੈ। ਨੈਕਸਟ 31st ਕੁਐਸਚਨ ਦੇਖਦੇ ਹਾਂ ਬੱਚੇ। 31st ਕੁਐਸਚਨ 32 ਕੁਐਸਚਨ 33 ਕੁਐਸਚਨ ਇਹ ਸਿੰਪਲ ਹੈ, ਤੁਸੀਂ ਖੁਦ ਕਰ ਸਕਦੇ ਆ। For a motion of a particle on a straight line path with constant acceleration, the rate of magnitude of displacement and distance covered is। ਬੱਚੇ ਰੇਸ਼ੋ ਆਫ ਮੈਗਨੀਟਿਊਡ ਉਹਨਾਂ ਨੇ ਪੁੱਛਿਆ ਕਿ ਅਗਰ ਸਟ੍ਰੇਟ ਲਾਈਨ ਆ ਤੇ ਕੌਨਸਟੈਂਟ ਐਕਸਲਰੇਸ਼ਨ ਆ, ਜੇ ਐਕਸਲਰੇਸ਼ਨ ਕੌਨਸਟੈਂਟ ਹੋਏਗੀ ਉਸ ਟਾਈਮ ਡਿਸਟੈਂਸ ਜਿਹੜਾ ਆ ਡਿਸਪਲੇਸਮੈਂਟ ਦੇ ਇਕੁਅਲ ਆ ਜਾਏਗਾ। ਸੋ ਆਨਸਰ ਆ ਜਾਏਗਾ ਇਕੁਅਲ। ਸੋ ਬੱਚੇ ਸਟ੍ਰੇਟ ਪਾਥ ਤੋਂ ਸਮਝ ਲੈਣਾ ਕਿ ਉਹ ਇਕੁਅਲ ਹੋਏਗਾ। ਨੈਕਸਟ ਆ ਉਹਨਾਂ ਨੇ ਬੋਲਿਆ ਫॉर ਅ ਮੋਸ਼ਨ ਆਫ ਅ ਪਾਰਟੀਕਲ ਫॉर ਅ ਕਰਵਡ ਪਾਥ। ਅਗਰ ਕਰਵਡ ਪਾਥ ਆ ਮਤਲਬ ਇਸ ਤਰੀਕੇ ਦਾ ਆ, ਜਿੱਦਾਂ ਆਪਾਂ ਹੁਣੇ ਸੈਮੀ ਸਰਕਲ ਵਾਲੀ ਐਗਜ਼ਾਮਪਲ ਲਿੱਤੀ ਸੀ, ਉਹਦੇ ਵਿੱਚ ਕੀ ਹੋਏਗਾ, ਜਿਹੜੀ ਆ ਤੁਹਾਡੀ ਆ ਦਿਸ ਇਜ਼ ਦਾ ਡਿਸਪਲੇਸਮੈਂਟ ਔਰ ਆ ਕੀ ਆ ਤੁਹਾਡੀ ਡਿਸਟੈਂਸ, ਇਹਦਾ ਮਤਲਬ ਗ੍ਰੇਟਰ ਦੈਨ 1 ਜਿਹੜਾ ਆ ਤੁਹਾਡਾ ਆਨਸਰ ਆਏਗਾ। ਸੋ ਆਨਸਰ ਇਜ਼ ਬੀ। ਨੈਕਸਟ ਆ ਬੱਚੇ ਇਕੁਇਲਿਬਰੀਅਮ ਵਾਲੀਆਂ ਐਗਜ਼ਾਮਪਲਸ ਆ। ਸੋ ਆਈ ਥਿੰਕ ਤੁਸੀਂ ਖੁਦ ਕਰ ਸਕਦੇ ਆ। 37th ਕੁਐਸਚਨ ਵੀ ਬੱਚੇ ਸਿੰਪਲ ਕੁਐਸਚਨ ਆ, ਤੁਸੀਂ ਕਰ ਸਕਦੇ ਆ। ਨੈਕਸਟ 38 39 40 ਇਹ ਸਾਰੇ ਬੱਚੇ ਸਿੰਪਲ ਕੁਐਸਚਨਸ ਹੀ ਆ, ਠੀਕ ਹੈ। ਸੋ 41 ਰਿਪੀਟ ਹੋ ਰਿਹਾ, 42 ਵੀ ਰਿਪੀਟ ਹੋ ਰਿਹਾ। 43 ਕੀ ਆ, ਵੈਕਟਰ ਸਬਟਰੈਕਸ਼ਨ ਓਬੇਜ਼। ਅਗਰ ਅਸੀਂ ਵੈਕਟਰਸ ਨੂੰ ਆਪਸ ਵਿੱਚ ਜਿਹੜਾ ਆ ਮਾਈਨਸ ਕਰ ਦਿੰਦੇ ਆ, ਸਬਟਰੈਕਟ ਕਰ ਦਿੰਦੇ ਆ, ਤਾਂ ਉਹਨੂੰ ਅਸੀਂ डिस्ट्रीब्यूशन प्रॉपर्टी कह देने। सो बी ऑप्शन है। नेक्स्ट आ द मिनिमम नंबर ऑफ वैक्टर्स ऑफ इक्वल मैग्नीट्यूड नॉट लाइंग इन अ वन प्लेन रिक्वायर्ड इफ प्रोडक्ट ऑफ जीरो रिजल्ट्स। हुण इत्थे बच्चे क्वेश्चन नूं ध्यान नाल समझो। अगर उन्होंने क्या हुंदा कि एक ही प्लेन दे अंदर दो वैक्टर्स लाई कर मतलब कि 4 वैक्टर्स लाई करते हैं मिनिमम नंबर, मिनिमम तो 2 बहुत सी, दोनों ने एक इधर है तो एक इधर, एक दूसरे नूं कैंसल आउट कर देना सी। ਹੁਣ ਉਹਨਾਂ ਨੇ ਕਿਹਾ ਆ ਮਿਨੀਮਮ ਨੰਬਰ ਆਫ ਵੈਕਟਰਸ ਪਤਾ ਕਰੋ, ਇਕੁਅਲ ਮੈਗਨੀਟਿਊਡ, ਉਹਨਾਂ ਦਾ ਸਾਈਜ਼ ਬਰਾਬਰ ਹੋਣਾ ਚਾਹੀਦਾ, ਨੋਟ ਲਾਈਂਗ ਇਨ ਅ ਵਨ ਪਲੇਨ, ਇੱਕ ਪਲੇਨ ਦੇ ਉੱਪਰ ਲਾਈ ਨਾ ਕਰਦੇ ਹੋਣ। ਇਹਦਾ ਮਤਲਬ ਇੱਕ ਪਲੇਨ ਆ ਆ ਤੇ ਇੱਕ ਪਲੇਨ ਆ ਆ। ਅਗਰ ਇਹਨਾਂ ਨੇ ਇੱਕ ਦੂਸਰੇ ਨੂੰ ਕੈਂਸਲ ਆਊਟ ਕਰਨਾ, ਸਾਨੂੰ 2 ਵੈਕਟਰ ਘੱਟੋ ਘੱਟ ਆ ਚਾਹੀਦੀ ਆ ਤੇ 2 ਵੈਕਟਰਸ ਘੱਟੋ ਘੱਟ ਆ ਚਾਹੀਦੀ ਆ। ਸੋ ਮਿਨੀਮਮ ਟੋਟਲ ਵੈਕਟਰਸ ਕਿੰਨੇ ਹੋ ਗਏ 4। ਸੋ ਆਨਸਰ ਕਿੰਨਾ ਆ ਜਾਏਗਾ 4। ਕਲੀਅਰ ਹੋ ਗਿਆ ਜੀ। ਨੈਕਸਟ ਕੁਐਸਚਨ ਦੇਖੋ, ਇਫ ਕੰਪੋਨੈਂਟ ਆਫ ਵਨ ਵੈਕਟਰ ਇਨ ਅ ਡਾਇਰੈਕਸ਼ਨ ਆਫ ਅਨਦਰ ਵੈਕਟਰ ਇਜ਼ 0। अगर ਜਿਹੜਾ ਆ if one vector in the direction of another vector is 0 then the two vectors are, ਤਾਂ ਦੋਨੋਂ ਵੈਕਟਰਸ ਕਹਿੰਦੇ ਕਿੱਦਾਂ ਦੇ ਹੋਣਗੇ। ਹੁਣ ਦੇਖੋ ਬੱਚੇ, ਅਸੀਂ ਕੋਈ ਇਦਾਂ ਦਾ ਕੇਸ ਲੈਣਾ ਆ ਜਿਹਦੇ ਵਿੱਚ ਕੀ ਹੋਵੇ ਕਿ ਉਹਦਾ 0 ਆਨਸਰ ਆਵੇ। ਇਹਦਾ ਮਤਲਬ AB cos ਥੀਟਾ ਹੁੰਦਾ ਹੈ, that is 0। ਸੋ ਇਹਦਾ ਮਤਲਬ ਅਸੀਂ ਲਿਖ ਸਕਦੇ ਹਾਂ cos ਥੀਟਾ ਇਕੁਅਲਸ ਟੂ 0, ਕਿਉਂਕਿ ਉਹਨਾਂ ਨੇ 0 ਕੰਡੀਸ਼ਨ ਦਿੱਤੀ ਹੋਈ ਆ। ਸੋ ਥੀਟਾ ਦਾ ਆਨਸਰ 0 ਕਦੋਂ ਹੋਏਗਾ 90 ਡਿਗਰੀ ਤੇ। ਕਲੀਅਰ ਹੋ ਗਿਆ। ਸੋ ਤੁਸੀਂ ਬੱਚੇ 10th ਤੱਕ ਪੜ੍ਹ ਕੇ ਆਏ ਹੋਵੋਗੇ। cos 0 ਇਕੁਅਲਸ ਟੂ cos 0 ਦੀ ਵੈਲਿਊ ਕਿੰਨੀ ਹੁੰਦੀ ਆ 1, cos 30 ਦੀ ਵੈਲਿਊ ਕਿੰਨੀ ਹੁੰਦੀ ਆ, ਸਿਮਿਲਰਲੀ cos 90 ਦੀ ਵੈਲਿਊ ਕਿੰਨੀ ਹੁੰਦੀ ਆ 0। ਸੋ ਸਾਨੂੰ ਇੱਥੇ ਗਿਵਨ ਆ ਕਿ cos ਥੀਟਾ ਦੀ ਵੈਲਿਊ 0 ਆ, ਇਹਦਾ ਮਤਲਬ ਥੀਟਾ ਦੀ ਵੈਲਿਊ ਕਿੰਨੀ ਹੋਊਗੀ 90 ਡਿਗਰੀ। 90 ਡਿਗਰੀ ਮਤਲਬ ਬੋਥ ਆਰ ਪਰਪੈਂਡੀਕੂਲਰ ਟੂ ਈਚ ਅਦਰ। ਸੋ ਬੀ ਆਪਸ਼ਨ ਆ ਜਾਏਗਾ ਬੋਥ ਆਰ ਪਰਪੈਂਡੀਕੂਲਰ ਟੂ ਈਚ ਅਦਰ। ਚਲੋ ਜੀ ਨੈਕਸਟ ਕੁਐਸਚਨ ਦੇਖਦੇ ਹਾਂ। two vectors of two forces are perpendicular to their vector difference. In that case the forces ਜਿਹੜੀਆਂ ਆ ਕਿੱਦਾਂ ਦੀਆਂ ਹੋਣਗੀਆਂ, ਉਹ ਕਹਿੰਦੇ ਆ ਅਗਰ ਵੈਕਟਰ ਸਮ ਆਫ two forces ਆ, 2 forces ਆ, ਦੋਨੋਂ ਹੀ ਇੱਕ ਦੂਸਰੇ ਦੇ ਪਰਪੈਂਡੀਕੂਲਰ ਆ, ਠੀਕ ਆ ਜੀ, ਦੋਨੋਂ ਹੀ ਇੱਕ ਦੂਸਰੇ ਦੇ ਕੀ ਆ ਪਰਪੈਂਡੀਕੂਲਰ ਆ ਟੂ ਦੇਅਰ ਵੈਕਟਰ ਡਿਫਰੈਂਸ। ਅਗਰ ਅਸੀਂ ਇਹਨਾਂ ਦੋਨਾਂ ਦਾ ਵੈਕਟਰ ਡਿਫਰੈਂਸ ਦੇਖੀਏ ਤਾਂ ਕੀ ਹੋਏਗਾ, ਕੈਨ ਨਾਟ ਬੀ ਪ੍ਰੈਡਿਕਟਡ, ਅਸੀਂ ਕੁਝ ਕਹਿ ਨਹੀਂ ਸਕਦੇ। ਨੈਕਸਟ ਬੀ ਕੀ ਆ, ਪਰਪੈਂਡੀਕੂਲਰ ਟੂ ਈਚ ਅਦਰ, ਦੋਨੋਂ ਇੱਕ ਦੂਸਰੇ ਤੇ ਪਰਪੈਂਡੀਕੂਲਰ ਆ। ਤੀਸਰਾ ਆਰ ਇਕੁਅਲ ਟੂ ਈਚ ਅਦਰ ਇਨ ਮੈਗਨੀਟਿਊਡ, ਦੋਨਾਂ ਦਾ ਮੈਗਨੀਟਿਊਡ ਜਿਹੜਾ ਆ ਬਰਾਬਰ ਆ। ਥਰਡ ਕੀ ਆ, ਆਰ ਨਾਟ ਇਕੁਅਲ ਟੂ ਈਚ ਅਦਰ ਇਨ ਮੈਗਨੀਟਿਊਡ, ਤਾਂ ਉਹਨਾਂ ਦਾ ਬਰਾਬਰ ਜਿਹੜਾ ਮੈਗਨੀਟਿਊਡ ਨਹੀਂ ਆ, ਕਿਉਂਕਿ ਇੱਥੇ ਦੱਸਿਆ ਆ 2 ਫੋਰਸਿਸ ਆ, vector sum of two forces is perpendicular to their vector difference। ਇਹਦਾ ਮਤਲਬ ਵੈਕਟਰ ਡਿਫਰੈਂਸ ਜਿਹੜਾ ਆ ਬਰਾਬਰ ਹੈ, ਇਹਦਾ ਮਤਲਬ ਉਹਨਾਂ ਦਾ ਮੈਗਨੀਟਿਊਡ ਵੀ ਕੀ ਹੋਊਗਾ ਬਰਾਬਰ ਹੋਊਗਾ। ਸੋ ਆਪਸ਼ਨ ਨੰਬਰ ਸੀ ਆ ਜਾਊਗਾ ਆਰ ਇਕੁਅਲ ਟੂ ਈਚ ਅਦਰ ਇਨ ਮੈਗਨੀਟਿਊਡ। ਨੈਕਸਟ ਆ ਵਿਥ what is the projection of A on B। ਅਗਰ ਅਸੀਂ ਪ੍ਰੋਜੈਕਸ਼ਨ ਦੇਖਣੀ ਹੋਵੇ, ਪ੍ਰੋਜੈਕਸ਼ਨ
ਦਾ ਮਤਲਬ ਕੀ ਹੁੰਦਾ ਆ ਕਿ ਅਸੀਂ ਉਹਦਾ ਡਾਇਰੈਕਸ਼ਨ ਵਗੈਰਾ ਐਕਸੈਕਟਰਾ ਦੇਖਣੀ ਹੋਵੇ। ਸੋ ਰਾਜੇ ਨੂੰ ਲਿਖਣ ਦਾ ਤਰੀਕਾ ਕੀ ਆ, ਅਸੀਂ ਲਿਖਿਆ A ਵੈਕਟਰ ਔਨ B ਵੈਕਟਰ, ਠੀਕ ਹੈ ਜੀ। ਸੋ A ਵੈਕਟਰ ਡੋਟ B ਵੈਕਟਰ ਡਿਵਾਈਡਡ ਬਾਈ, ਕਿਉਂਕਿ ਉਹਨਾਂ ਨੇ ਕਿਹਾ ਪ੍ਰੋਜੈਕਸ਼ਨ ਔਨ B, ਸੋ ਮੈਗਨੀਟਿਊਡ ਆਫ B। ਬੱਚੇ ਤੁਸੀਂ ਲਿਖਿਆ ਹੋਏਗਾ ਕਦੇ ਕੈਪ ਜਿਹੜਾ ਡਾਇਰੈਕਸ਼ਨ ਆ ਉਹ ਕਿੱਦਾਂ ਲਿਖੀਦਾ, A ਵੈਕਟਰ ਡੋਟ B ਵੈਕਟਰ ਮੈਗਨੀਟਿਊਡ ਆਫ A ਵੈਕਟਰ ਮੈਗਨੀਟਿਊਡ ਆਫ B ਵੈਕਟਰ। ਇੱਥੇ ਉਹਨਾਂ ਨੇ ਕਿਹਾ ਪ੍ਰੋਜੈਕਸ਼ਨ ਸਿਰਫ ਔਰ ਸਿਰਫ B ਦੀ ਪਤਾ ਕਰਨੀ, ਸੋ ਸਿਰਫ ਔਰ ਸਿਰਫ B ਦੀ ਪਤਾ ਕੀਤੀ ਆ। ਹੁਣ B ਵੈਕਟਰ ਓਵਰ ਮੈਗਨੀਟਿਊਡ ਆਫ B ਵੈਕਟਰ ਜਿਹੜਾ ਆ B ਕੈਪ ਦੇ ਇਕੁਅਲ ਹੁੰਦਾ ਆ। ਸੋ ਅਸੀਂ ਕੀ ਲਿਖ ਸਕਦੇ ਹਾਂ, A ਵੈਕਟਰ ਐਸ ਸੱਚ ਲਿਖਿਆ ਰਹਿਣ ਦਿੱਤਾ ਡੋਟ ਐਸ ਸੱਚ, ਤਾਂ B ਵੈਕਟਰ ਡਿਵਾਈਡਡ ਬਾਈ ਮੈਗਨੀਟਿਊਡ ਆਫ B ਵੈਕਟਰ ਦੀ ਜਗ੍ਹਾ ਤੇ ਕੀ ਲਿਖ ਦਿੱਤਾ, B ਕੈਪ। ਸੋ ਇਹਦੇ ਅਕੋਰਡਿੰਗਲੀ ਸਾਡਾ ਜਿਹੜਾ A ਆਂਸਰ ਇਜ਼ ਦਾ ਰਾਈਟ ਆਂਸਰ। ਨੈਕਸਟ ਆ, ਅ ਬੋਡੀ ਇਜ਼ ਮੂਵਿੰਗ ਵਿਦ ਅ ਵੈਲੋਸਿਟੀ V ਇਨ ਅ ਈਸਟ ਡਾਇਰੈਕਸ਼ਨ। ਸਭ ਤੋਂ ਪਹਿਲਾਂ ਤਾਂ ਈਸਟ ਡਾਇਰੈਕਸ਼ਨ ਬਣਾ ਲਓ, ਨੌਰਥ ਸਾਊਥ, ਨੌਰਥ ਸਾਊਥ, ਈਸਟ ਵੈਸਟ, ਈਸਟ ਵੈਸਟ, ਠੀਕ ਹੈ ਜੀ। if it travels with the same velocity in the north direction, अगर वो a body is moving with a speed in a east, मतलब इधर ਨੂੰ ਜਾ ਰਿਹਾ, if it travel with the same velocity in a north direction, so इधर ਨੂੰ ਵੀ same velocity ਦੇ ਨਾਲ ਚਲਾ ਗਿਆ। ਕਹਿੰਦੇ then resultant velocity is, ਤਾਂ ਜਿਹੜੀ ਉਹਦੀ resultant velocity ਆ ਉਹ ਕਿੰਨੀ ਹੋਏਗੀ। ਤਾਂ ਬੱਚੇ ਹੁਣ ਕੀ ਕੀਤਾ, ਅਸੀਂ ਵੈਲੋਸਿਟੀਜ਼ ਦੇਖਣੀਆਂ। ਸੋ ਰਿਜ਼ਲਟੈਂਟ ਵੈਲੋਸਿਟੀ ਮਤਲਬ ਕਿ ਰਿਜ਼ਲਟੈਂਟ ਵੈਲੋਸਿਟੀ V ਇਜ਼ ਇਕੁਅਲਸ ਟੂ, ਇੱਕ ਵੈਲੋਸਿਟੀ ਕਿੰਨੀ ਆਈ ਆ A ਸਕੇਅਰ ਪਲੱਸ B ਸਕੇਅਰ, ਇੱਧਰ ਵੀ ਵੈਲੋਸਿਟੀ V ਸੀ ਔਰ ਦੂਸਰੇ ਪਾਸੇ ਵੀ ਸੇਮ ਵੈਲੋਸਿਟੀ V ਸੀ। ਸੋ A ਸਕੇਅਰ ਮਤਲਬ V ਸਕੇਅਰ ਪਲੱਸ V ਸਕੇਅਰ ਕਿੰਨਾ ਆ ਗਿਆ 2V ਸਕੇਅਰ, ਠੀਕ ਹੈ ਜੀ। ਅੰਡਰ ਰੂਟ 2 ਨੂੰ ਅਸੀਂ ਸੋਲਵ ਨਹੀਂ ਕਰ ਸਕਦੇ, ਜਦੋਂ V ਜਿਹੜਾ ਅੰਡਰ ਰੂਟ ਤੋਂ ਬਾਹਰ ਨਿਕਾਲਾਂਗੇ ਤਾਂ ਕੱਲਾ ਆ ਜਾਊਗਾ V। ਸੋ ਅੰਡਰ ਰੂਟ 2V ਜਿਹੜਾ ਆਂਸਰ ਆ ਜਾਏਗਾ। ਸੋ ਆਪਸ਼ਨ ਨੰਬਰ D। Next are the upper most point of a projectile, its velocity and acceleration। ਸੋ ਇਹ ਸੇਮ ਕੁਐਸਚਨ ਆ ਜਿਹੜਾ ਆਪਾਂ ਪਿੱਛੇ ਰਿਪੀਟ ਕੀਤਾ। 50th ਕੁਐਸਚਨ ਵੀ ਬੱਚੇ ਸੇਮ ਉੱਦਾਂ ਦਾ ਜਿਹੜਾ ਅਸੀਂ ਪਿੱਛੇ ਰਿਪੀਟ ਕੀਤਾ। ਨੈਕਸਟ ਆ ਇਨ ਕੇਸ ਆਫ, ਬੱਚੇ ਇਹ ਵੀ ਕੁਐਸਚਨ ਬਾਰ-ਬਾਰ ਰਿਪੀਟ ਹੋ ਰਿਹਾ ਜਿਹੜਾ 51 ਆ ਅੱਗੇ, ਇਫ ਦ ਟਾਈਮ ਆਫ ਫਲਾਈਟ ਆਫ ਅ ਪ੍ਰੋਜੈਕਟਾਈਲ ਇਜ਼ ਅ ਡਬਲ ਦੈਨ ਦ ਹਾਈਟ ਮੈਕਸੀਮਮ ਹਾਈਟ ਅਟੇਨਡ ਵਿਲ ਬੀ, ਤਾਂ ਮੈਕਸੀਮਮ ਜਿਹੜੀ ਹਾਈਟ ਆ ਉਹ ਕਿੱਦਾਂ ਦੀ ਹੋਏਗੀ। ਸੋ ਇਹ ਪ੍ਰੋਪਰ ਨੂਮੈਰੀਕਲ ਆ, ਆਪਾਂ ਪ੍ਰੋਪਰ ਨੂਮੈਰੀਕਲ ਜਿਹੜਾ ਸੋਲਵ ਕਰਕੇ ਦੇਖਦੇ ਹਾਂ। ਸੋ ਇਸ ਰਿਲੇਸ਼ਨ ਤੋਂ ਬੱਚੇ ਮੈਥਮੈਟੀਕਲ ਪੋਰਸ਼ਨ ਤੋਂ ਸਾਨੂੰ ਚੰਗੀ ਤਰੀਕੇ ਨਾਲ ਕਲੀਅਰ ਹੋ ਜਾਏਗਾ। ਸਾਨੂੰ ਪਤਾ ਕਿ ਹਾਈਟ ਦਾ ਫਾਰਮੂਲਾ ਕੀ ਹੁੰਦਾ, ਯੂ ਸਕੇਅਰ ਸਾਇਨ ਸਕੇਅਰ ਥੀਟਾ ਓਵਰ 2G। ਇਹ ਸਾਡੀ ਇਕੁਏਸ਼ਨ ਨੰਬਰ 1 ਆ ਗਈ। ਅਸੀਂ ਟਾਈਮ ਦਾ ਫਾਰਮੂਲਾ ਲਿਖਿਆ 2U ਸਾਇਨ ਥੀਟਾ ਓਵਰ G ਡਿਵਾਈਡਡ ਬਾਈ, ਹੁਣ ਇੱਥੇ ਕੀ ਆਏਗਾ G, 2U ਸਾਇਨ ਥੀਟਾ ਡਿਵਾਈਡਡ ਬਾਈ G, ਕੱਲਾ G ਆਏਗਾ, ਠੀਕ ਹੈ। ਅਸੀਂ ਕੀ ਕੀਤਾ, ਦੋਨਾਂ ਤਰਫ ਸਕੁਅਰ ਕਰਤਾ, ਜਦੋਂ ਸਕੁਅਰ ਕੀਤਾ ਸਾਡੇ ਕੋਲ ਆ ਗਿਆ T ਸਕੁਅਰ, 2 2 ਜਾ 4 U ਸਕੁਅਰ ਸਾਇਨ ਸਕੁਅਰ ਥੀਟਾ ਡਿਵਾਈਡਡ ਬਾਈ G ਦਾ ਸਕੁਅਰ, ਠੀਕ ਹੈ ਜੀ। ਸੈਕੰਡ ਸਟੈਪ ਸਾਡਾ ਆ ਗਿਆ। ਹੁਣ ਧਿਆਨ ਦਿਓ ਕਿ ਅਸੀਂ ਲਿਖ ਸਕਦੇ ਹਾਂ ਕਿ ਜਿਹੜੀ ਫਸਟ ਐਂਡ ਸੈਕਿੰਡ ਨੂੰ ਅਸੀਂ ਆਹ ਵਾਲੀ ਇਕੁਏਸ਼ਨ ਨੂੰ ਜਿਹੜਾ ਆ ਇਕੁਏਸ਼ਨ ਨੰਬਰ H 'ਚ ਪੁੱਟ ਕਰਨ ਲੱਗੇ ਹਾਂ। ਇਸ ਤਰੀਕੇ ਨਾਲ ਅਸੀਂ ਪਹਿਲਾਂ ਕੀ ਕੀਤਾ, ਡਿਨੋਮੀਨੇਟਰ ਨੂੰ ਬੱਚੇ ਮਲਟੀਪਲਾਈ ਕਰ ਦਿੱਤਾ 4G ਉੱਪਰ ਵੀ ਔਰ ਨੀਚੇ ਵੀ, ਠੀਕ ਹੈ। ਕਿਉਂ ਕੀਤਾ, ਕਿਉਂਕਿ ਸਾਡੇ ਕੋਲ ਇਹਨੂੰ ਜਿਹੜਾ ਆ T ਦੀ ਫਾਰਮ ਦੇ ਵਿੱਚ ਅਸੀਂ ਇਹਨੂੰ ਲਿਖ ਸਕਦੀ ਹੋਈਏ। ਸੋ ਅਸੀਂ ਸਬਸਟੀਟਿਊਟ ਕਰ ਦਿੱਤਾ T ਨੂੰ H ਦੀ ਜਗ੍ਹਾ 'ਤੇ। ਸੋ T ਨੂੰ ਅਸੀਂ H ਦੀ ਜਗ੍ਹਾ 'ਤੇ ਪੁੱਟ ਕਰ ਦਿੱਤਾ। ਆਹ ਸਾਰੀ ਟਰਮ, ਆਹ ਵਾਲੀ ਸਾਰੀ ਟਰਮ ਤੁਹਾਡੀ ਕੀ ਬਣ ਗਈ T, ਠੀਕ ਹੈ ਜੀ। ਅਸੀਂ ਇਹਦੀ ਜਗ੍ਹਾ 'ਤੇ ਕੀ ਲਿਖ ਦਿੱਤਾ T, ਕਿਉਂਕਿ ਇਹਦਾ ਵੀ ਜਦੋਂ ਸਕੁਅਰ ਕਰੂੰਗੇ ਤਾਂ ਸਾਡੇ ਕੋਲ ਕਿੰਨਾ ਬਣ ਗਿਆ ਸੀ 4U ਸਕੁਅਰ ਸਾਇਨ ਸਕੁਅਰ ਥੀਟਾ ਡਿਵਾਈਡਡ ਬਾਈ G ਸਕੁਅਰ, ਠੀਕ ਆ। ਅਸੀਂ ਹੁਣੇ ਪਿਛਲੇ ਸਟੈਪ 'ਚ ਕਰਕੇ ਹਟੇ ਹਾਂ। ਸੋ ਆਹ ਸਾਰੀ ਦੀ ਜਗ੍ਹਾ 'ਤੇ ਅਗਰ ਸਕੁਅਰ ਕੀਤਾ ਇੱਧਰ ਵੀ T ਸਕੁਅਰ ਆਏਗਾ। ਸੋ ਆਹ ਸਾਰੀ ਟਰਮ ਦੀ ਜਗ੍ਹਾ 'ਤੇ ਅਸੀਂ ਲਿਖ ਦਿੱਤਾ T ਸਕੁਅਰ। ਇੱਥੋਂ ਸਾਨੂੰ ਕਲੀਅਰ ਹੋ ਗਿਆ ਕਿ H ਜਿਹੜਾ ਆ ਡਾਇਰੈਕਟਲੀ ਪ੍ਰੋਪੋਰਸ਼ਨਲ T ਸਕੁਅਰ ਆ, ਠੀਕ ਹੈ ਜੀ। ਉਹ ਕਹਿੰਦੇ ਅਗਰ ਤੁਸੀਂ ਟਾਈਮ ਨੂੰ ਡਬਲ ਕਰ ਦੂੰਗੇ, ਅਗਰ ਟਾਈਮ ਨੂੰ ਬੱਚੇ ਅਸੀਂ ਡਬਲ ਕਰ ਦਈਏ ਤਾਂ ਕੀ ਹੋ ਜਾਏਗਾ, H ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T ਸਕੁਅਰ ਸੀ, ਮਤਲਬ ਕਿ 2T ਸਕੁਅਰ ਕਰ ਦਿਓ ਤਾਂ ਕੀ ਹੋ ਜਾਏਗਾ 2 2 ਜਾ 4T ਸਕੁਅਰ, ਤਾਂ H ਕਿੰਨਾ ਹੋ ਜਾਏਗਾ 4 ਟਾਈਮਸ ਹੋ ਜਾਏਗਾ। ਕਲੀਅਰ ਹੋ ਗਈ ਇੰਨੀ ਗੱਲ। ਸੋ ਆਪਾਂ ਆਪਸ਼ਨਸ ਚੈੱਕ ਕਰ ਲੈਂਦੇ ਹਾਂ। ਸੋ ਸਾਡੀ ਆਪਸ਼ਨ ਨੰਬਰ ਆ ਜਾਏਗੀ D, 4 ਟਾਈਮਸ। ਕਲੀਅਰ ਹੋ ਗਿਆ। ਆਈ ਹੋਪ ਬੱਚੇ ਤੁਹਾਨੂੰ ਕੈਲਕੂਲੇਸ਼ਨ ਅੱਛੇ ਤਰੀਕੇ ਨਾਲ ਕਲੀਅਰ ਹੋ ਰਹੀ ਹੋਏਗੀ। ਅਗਰ ਫਿਰ ਵੀ ਕਿਸੇ ਵੀ ਕੈਲਕੂਲੇਸ਼ਨ 'ਚ ਕੋਈ ਵੀ ਪ੍ਰੋਬਲਮ ਹੋਵੇ ਤਾਂ ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ, ਜਾਂ ਫਿਰ ਟੈਲੀਗ੍ਰਾਮ ਚੈਨਲ 'ਤੇ ਪੁੱਛ ਲੈਣਾ। ਸੋ ਟੈਲੀਗ੍ਰਾਮ ਚੈਨਲ 'ਤੇ ਵੀ ਤੁਹਾਨੂੰ ਜਿਹੜਾ ਰਿਪਲਾਈ ਮਿਲ ਜਾਏਗਾ, ਠੀਕ ਹੈ। ਅੱਗੇ ਬੱਚੇ ਅੱਜ ਦੇ ਸਾਡੇ ਲਾਸਟ 3 ਕੁਐਸਚਨਸ ਰਹਿ ਗਏ
ਨੈਕਸਟ ਐਨ ਆਬਜੈਕਟ ਇਜ਼ ਗਿਵਨ ਐਂਗੂਲਰ ਪ੍ਰੋਜੈਕਸ਼ਨ ਇਟਸ ਐਕਸਲਰੇਸ਼ਨ ਇਜ਼ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਆ। ਅਗਰ ਕਹਿੰਦੇ ਦੋ ਬੁਲੇਟਸ, ਬੱਚੇ ਆਹ ਵਾਲਾ ਕੁਐਸਚਨ ਜਿਹੜਾ ਆ ਤੁਹਾਡੇ ਜਿਹੜੇ ਪਾਸ ਦੇ ਟੈਸਟ ਹੋ ਰਹੇ ਆ, ਨੈਸ ਦੇ ਟੈਸਟ ਹੋ ਰਹੇ, ਉਹਦੇ ਵਿੱਚ ਵੀ ਆਇਆ ਸੀ। ਟੂ ਬੁਲੇਟਸ ਆ, ਉਹਨੂੰ ਅਸੀਂ ਫਾਇਰ ਕੀਤਾ ਹੌਰੀਜ਼ੈਂਟਲ ਫਰੋਮ ਦ ਸੇਮ ਹਾਈਟ ਵਿਦ ਡਿਫਰੈਂਟ ਵੈਲੋਸਿਟੀਜ਼। ਤਾਂ ਜਿਹੜੀਆਂ ਕਹਿੰਦੇ ਬੁਲਟ ਆ, ਕਿਹੜੀ ਪਹਿਲਾਂ ਧਰਤੀ 'ਤੇ ਗਿਰੇਗੀ, ਹਮੇਸ਼ਾ ਹੀ ਦੋਨਾਂ ਦੀ ਜਿਹੜੀ ਆ ਵੈਲੋਸਿਟੀ ਸੇਮ ਰਹੇਗੀ। ਸੋ ਬੋਥ ਸਾਈਮਲਟੇਨੀਅਸਲੀ, ਦੋਨੋਂ ਬਰਾਬਰ ਹੀ ਗਿਰਨਗੇ। ਨੈਕਸਟ ਆ ਜਾਓ, ਜਿਹੜਾ ਲਾਸਟ ਕੁਐਸਚਨ ਆ ਬੱਚੇ ਖੁਦ ਟਰਾਈ ਕਰਕੇ ਦੇਖ ਲੈਣਾ, ਨਹੀਂ ਹੋਏਗਾ ਤਾਂ ਮੈਂ ਦੱਸ ਦੂੰਗੀ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ, ਮਤਲਬ ਕੱਲ੍ਹ ਦੀ ਵੀਡੀਓ ਦੇ ਵਿੱਚ ਬੱਚੇ ਅਸੀਂ ਸੈਕਿੰਡ ਟਾਈਪ ਕਰਾਂਗੇ, ਅੰਡਰਸਟੈਂਡਿੰਗ ਬੇਸਡ ਕੁਐਸਚਨ। ਸੋ ਬੱਚੇ ਵੀਡੀਓ ਨੂੰ ਲਾਈਕ ਕਰ ਦੇਣਾ, ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਆਪਣਾ ਬੈਲ ਆਈਕਨ ਨੂੰ ਔਨ ਰੱਖਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ। ਸੋ ਥੈਂਕ ਯੂ ਸੋ ਮਚ।